ਕਾਪੀ ਤੁਸੀਂ ਪੜ੍ਹ ਲਈ, ਕੀ ਐਨਾਲਾਈਜ਼ ਕਰ ਰਹੇ ਹੈਗੇ ਹੋ ਕਿ ਵਾਕਈ ਹੀ ਇਨਵੈਸਟੀਗੇਸ਼ਨ ਦੇ ਵਿੱਚ ਕਮੀ ਸੀ ਜਾਂ ਫਿਰ ਜੱਜਮੈਂਟ ਵੀ ਜਿਹੜੀ ਹੈਗੀ ਹੈ ਕਿਸੇ ਨਾ ਕਿਸੇ ਤੁਹਾਨੂੰ ਕੁਝ ਗਲਤ ਲੱਗ ਰਹੀ? ਜਜਮੈਂਟ ਵੀ ਗਲਤ ਹੈ, ਇਸ ਕਰਕੇ ਸਰਕਾਰ ਨੂੰ ਅਪੀਲ ਕਰਨੀ ਚਾਹੀਦੀ ਹੈ। ਪਰ ਸਰਲ ਸ਼ਬਦਾਂ ਦੇ ਵਿੱਚ ਅਸੀਂ ਲੋਕਾਂ ਨੂੰ ਸਮਝਾਈਏ ਕਿ ਜੋ ਜੱਜਮੈਂਟ ਦੀ ਕਾਪੀ ਆਈ ਹੈ ਔਰ ਉਹਦੇ ਵਿੱਚ ਵੱਖੋ ਵੱਖ ਜਿਹੜੀ ਹੈ ਉਹਨਾਂ ਨੇ ਟਿੱਪਣੀਆਂ ਕੀਤੀਆਂ ਹੈਗੀਆਂ ਨੇ। ਖਾਸ ਤੌਰ ਦੇ ਉੱਤੇ ਜਿਹੜੀ ਟਿੱਪਣੀ ਇਹ ਬਾਰ-ਬਾਰ ਜ਼ਿਕਰ ਹੁੰਦਾ ਸੀਗਾ ਕਿ ਪ੍ਰਕਾਸ਼ ਸਿੰਘ ਬਾਦਲ ਨੇ 2:30 ਵਜੇ ਗੱਲ ਕੀਤੀ ਹੈ। ਪੋਲੀਟੀਕਲ ਲੀਡਰਸ ਵੀ ਇਸ ਗੱਲ ਨੂੰ ਕਰ ਰਹੇ ਸੀਗੇ, ਜ਼ਿਕਰ ਕਰਦੇ ਆ, ਬਾਰ-ਬਾਰ ਚੱਕਦੇ ਨੇ ਕਿ ਗੱਲਬਾਤ ਜਿਹੜੀ ਹੈਗੀ ਹੈ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਹੈ, DGP ਨਾਲ ਗੱਲਬਾਤ ਕੀਤੀ ਹੈ। ਉਸ ਦੇ ਉੱਤੇ ਵੀ ਕੋਰਟ ਨੇ ਫਿਰ ਟਿੱਪਣੀ ਕੀਤੀ ਹੈ, ਕਹਿੰਦੇ ਫਿਰ ਜੇਕਰ ਐਵੇਂ ਤਾਂ ਗੱਲਬਾਤ ਕਰਨ ਦੇ ਉੱਤੇ ਕੇਸ ਹੋ ਜਾਏ ਤਾਂ ਹਰ ਰੋਜ਼ ਹੀ ਕੋਈ ਨਾ ਕੋਈ ਕੇਸ ਹੋ ਜਾਏ, ਕਿਉਂਕਿ ਮੁੱਖ ਮੰਤਰੀ ਤਾਂ ਹਰ ਰੋਜ਼ ਹੀ ਕਿਸੇ ਨਾ ਗੱਲ ਕਰਦਾ ਹੈਗਾ। ਕੋਈ ਕਾਰਨ ਸੀ ਹਾਈਕੋਰਟ ਨੂੰ ਇੱਦਾਂ ਕਿਸੇ ਨੂੰ ਕਲੀਨ ਚਿਟ ਦਿੰਦਾ? ਹਾਈਕੋਰਟ ਦਾ ਇਹ ਹੈ ਹੀ ਨਹੀਂ। ਹਾਈਕੋਰਟ ਨੇ ਦੋ ਹੀ ਫਾਈਂਡਿੰਗ ਦੇਣੀਆਂ ਸੀ, ਦੂਜਾ FIR ਦਰਜ ਹੋ ਸਕਦਾ ਕਿ ਨਹੀਂ ਹੋ ਸਕਦਾ, ਇਨਵੈਸਟੀਗੇਸ਼ਨ ਫੇਅਰ ਐਂਡ ਪਾਰਸ਼ਲ ਹੈ ਕਿ ਨਹੀਂ ਹੈ। ਉਹ ਕਿਤੇ ਇੰਡੀਵਿਜੂਅਲ ਅਕਿਊਜ਼ ਦੇ ਬਾਰੇ ਜਾਂ ਇੰਡੀਵਿਜੂਅਲ ਕਿਸੇ ਹੋਰ ਬੰਦੇ ਬਾਰੇ ਇੱਦਾਂ ਦੇ ਕਮੈਂਟ ਨਹੀਂ ਕਰ ਸਕਦੇ ਸੀ। ਸਪੈਸ਼ਲੀ ਤੁਸੀਂ ਇੰਪੋਰਟੈਂਟ ਫਾਰਮਰ ਚੀਫ ਮਿਨਿਸਟਰ ਨੂੰ ਕਲੀਨ ਚਿਟ ਦੇਣਾ, ਜਿਹੜਾ ਕਿ ਬੜਾ ਵੱਡਾ ਲਾਈਵ ਇਸ਼ੂ ਹੋਵੇ, ਇਸ਼ੂ ਪੰਜਾਬ ਵਿੱਚ ਹੋਵੇ, ਔਰ ਉਹ ਵੀ ਜਦੋਂ ਕਿ ਤੁਸੀਂ ਐਵੀਡੈਂਸ ਹਲੇ ਰਿਕਾਰਡ ਨਹੀਂ ਹੋਇਆ, ਤੁਸੀਂ ਸਿਰਫ ਕੰਡਕਟ ਹੀ ਦੇਖ ਰਹੇ ਹੋ ਇਨਵੈਸਟੀਗੇਸ਼ਨ ਆਫਿਸਰ ਦਾ। ਉਹਨਾਂ ਹਾਲਾਤਾਂ ਵਿੱਚ ਇਹੋ ਜਿਹੇ ਕਮੈਂਟ ਕਰਨਾ ਵਿੱਚ ਬਹੁਤ ਸਵਾਲ ਪੈਦਾ ਹੁੰਦੇ ਆ। ਇਸ ਜੱਜਮੈਂਟ ਤੋਂ ਹੁਣ ਅੱਗੇ ਦੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਉਸ ਦੇ ਉੱਤੇ ਕਿੰਨਾ ਕੁ ਅਸਰ ਪਊਗਾ? ਇੱਕ ਤਾਂ ਡਿਲੇ ਹੋ ਜਾਏਗਾ, ਇਹ ਜੱਜਮੈਂਟ ਨੂੰ ਅਪੀਲ ਫਾਈਲ ਕਰੇਗਾ, ਕੋਈ ਨਾ ਕੋਈ ਬੰਦਾ ਜ਼ਰੂਰ ਅਪੀਲ ਫਾਈਲ ਕਰੇਗਾ, ਉਹਦੇ ਨਾਲ ਉਹ ਜੱਜਮੈਂਟ ਇਹ ਫਿਰ ਅਲਟੀਮੇਟਲੀ SIT ਨਹੀਂ ਬਣੇਗੀ। ਦੂਸਰਾ ਹੈ ਕਿ ਜਿਹੜੀਆਂ ਇੰਨੀਆਂ ਡਿਟੇਲ ਇੰਸਟਰਕਸ਼ਨਾਂ ਪਤਾ ਨਹੀਂ ਉਸ ਤੋਂ ਸੀਨੀਅਰ ਕਿੰਨੇ ਕੁ ਅਫਸਰ ਹੋਣਗੇ ਅਤੇ ਸਾਈਨ ਕਰਨਗੇ ਨਹੀਂ ਸਾਈਨ ਕਰਨਗੇ। ਆਈ ਥਿੰਕ ਹਾਈਕੋਰਟ ਨੂੰ ਇੱਦਾਂ ਦੇ ਮਾਮਲਿਆਂ ਵਿੱਚ ਤਾਂ ਬਿਲਕੁਲ ਇਹਦੀ ਕੋਈ ਇੰਪੋਰਟੈਂਸ ਨਹੀਂ ਹੈ, ਬਿਲਕੁਲ ਰੂਟੀਨ ਹੈ। ਜੇ ਕੋਈ ਰਿਪੋਰਟ ਬਣਦੇ ਸਾਈਨ ਹੁੰਦੇ ਹੈ ਅਤੇ ਚਲਾਨ ਕੋਈ ਵੀ ਪੇਸ਼ ਕਰ ਸਕਦਾ ਹੈ। ਤੋ ਇੰਨੀਆਂ ਡਿਟੇਲ ਜਾਣ ਲਈ ਕਹਿਣ ਲਈ ਇਟ ਓਨਲੀ ਸ਼ੋਜ਼ ਕਿ ਹਾਈਕੋਰਟ ਨੇ ਜਿਹੜਾ ਜ਼ਿਆਦਾ ਬੜਾ ਉਹਨੂੰ ਇੰਪੋਰਟੈਂਸ ਦਿੱਤੀ ਹੈ ਕਿ ਚਲਾਨ ਇੱਕ ਅਫਸਰ ਨੇ ਪੇਸ਼ ਕੀਤਾ, ਉਹਦੇ 'ਚ ਕੋਈ ਤੱਤ ਨਹੀਂ ਹੈ। 5 ਵਾਰ ਸਿਟ ਬਣ ਚੁੱਕੀ ਹੈਗੀ ਹੈ, ਕਮਿਸ਼ਨ 2 ਵਾਰ ਬਣ ਚੁੱਕੇ ਹੈਗੇ ਨੇ। ਜਿਵੇਂ ਪਾਸਟ ਐਕਸਪੀਰੀਅੰਸਿਸ ਦੀ ਗੱਲ ਕਰੀਏ ਕਿ ਲੱਗਦਾ ਕਿ ਇਹ ਮਾਮਲਾ ਵੀ ਹੋਰ ਕੇਸਿਸ ਵਾਂਗੂ, ਹੋਰ ਜਿਹੜੀਆਂ SITs ਬਣੀਆਂ ਸੀ ਉਹਨਾਂ ਵਾਂਗੂ ਲੰਬੀ? ਪੰਜਾਬ ਨੂੰ ਤਾਂ ਬੜਾ ਤਜਰਬਾ ਹੈ। ਇਹ ਸਟੈਂਡਰਡ ਮੋਡਸ ਪ੍ਰੈਂਡ ਹੈ ਪੋਲੀਟੀਕਲ ਸਿਸਟਮ ਦੀ ਕਿ ਤੁਸੀਂ ਜਿਸ ਚੀਜ਼ ਨੂੰ ਨਹੀਂ ਕਨਕਲੂਜਨ 'ਤੇ ਪਹੁੰਚਾਉਣਾ, ਉੱਥੇ ਪਹਿਲਾਂ ਕਮਿਸ਼ਨ ਬਣਾਓ, ਫਿਰ ਦੂਜਾ ਕਮਿਸ਼ਨ ਬਣਾਓ, ਫਿਰ ਤੀਜਾ ਬਣਾਓ, ਚੌਥਾ ਬਣਾਓ, ਫਿਰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਓ। 84 ਦੇ ਸਾਰੇ ਕਤਲੇਆਮ ਦੇ ਕੇਸਿਸ ਇੱਦਾਂ ਹੀ ਰੁਲੇ ਆ, ਹਲੇ ਵੀ ਚੱਲ ਰਹੇ ਨੇ, ਕਿੰਨੇ ਸਾਲ ਹੋ ਗਏ। ਅਤੇ ਉਹੀ ਤਰੀਕੇ ਨਾਲ ਜਿਹੜਾ ਪੁਲਿਸ ਇਨਕਾਊਂਟਰ ਦੇ ਕੇਸ ਹੈ ਜਿੱਥੇ ਕਿ ਪਾਵਰਫੁਲ ਬੰਦੇ ਇਨਵੋਲਵਡ ਹੈ, ਉੱਥੇ ਵੀ ਸਾਡਾ ਤਜਰਬਾ ਕਿ ਇਸ ਤਰ੍ਹਾਂ ਹੀ ਸਰਕਾਰ ਕਰਦੀ ਹੈ। ਪੰਜਾਬ ਸਰਕਾਰ ਦੀ ਕਿਵੇਂ ਦੀ ਭੂਮਿਕਾ ਦੇਖਦੇ ਹੋ? ਪੰਜਾਬ ਸਰਕਾਰ ਨੂੰ ਕੀ ਨਵੀਂ SIT ਬਣਾਉਣੀ ਚਾਹੀਦੀ ਹੈ ਜਾਂ ਫਿਰ ਸੁਪਰੀਮ ਕੋਰਟ ਦੇ ਵਿੱਚ ਇਸ ਨੂੰ ਚੈਲੰਜ ਕਰਨਾ ਚਾਹੀਦਾ? ਚੈਲੰਜ ਵੀ ਕਰ ਦੇਣਾ ਚਾਹੀਦਾ, ਪਲੱਸ SIT ਬਣਾ ਦੇਣੀ ਚਾਹੀਦੀ ਹੈ ਤਾਂ ਕਿ ਦੋਨੋਂ ਡਿਲੇ ਨਾ ਹੋਏ। ਜੇ ਸੁਪਰੀਮ ਕੋਰਟ ਐਗਰੀ ਕਰਦਾ ਤਾਂ ਠੀਕ ਹੈ, ਪੁਰਾਣਾ ਚਲਾਨ ਚੱਲ ਪਏਗਾ। ਜੇ ਨਹੀਂ ਐਗਰੀ ਕਰਦਾ ਤਾਂ ਘੱਟੋ ਘੱਟ SIT ਟਾਈਮ ਨਾ ਵੇਸਟ ਕਰੇ, 6 ਮਹੀਨੇ ਦੁਬਾਰਾ ਪ੍ਰੈਜ਼ੈਂਟ ਚਲਾਨ ਕਰ ਦਿਓ। ਮੇਰੇ ਹਿਸਾਬ ਨਾਲ ਸਰਕਾਰ ਨੂੰ ਇਸ ਤਰ੍ਹਾਂ ਜਾਣਾ ਚਾਹੀਦਾ। ਤੁਹਾਡਾ ਵੀ ਜ਼ਿਕਰ ਆਇਆ ਤਾਂ ਕੀ ਉਹ ਮਾਮਲਾ ਸੀ ਕਿ ਤੁਹਾਡੇ ਨਾਲ ਕਦੀ ਗੱਲਬਾਤ ਹੋਈ ਸੀਗੀ ਕੇਸ ਦੇ ਰਿਲੇਟਡ, ਜਾਂ ਫੂਲਕਾ ਸਾਹਿਬ ਉਹਨਾਂ ਨਾਲ ਤੁਹਾਡੀ ਕੋਈ ਗੱਲਬਾਤ ਹੋਈ? ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਤਾਂ ਕੋਈ ਟੈਲੀਫੋਨ ਤੱਕ ਨਹੀਂ ਮੇਰੇ ਕੋਲ ਆਇਆ, ਨਾ ਹੀ ਕਦੇ ਮਿਲੇ ਅਸੀਂ। ਵੈਸੇ ਸਾਡਾ ਕੋਈ ਲੈਣਾ ਨਹੀਂ ਸੰਪਰਕ ਹੈਗਾ, ਸਿਰਫ ਉਹਨਾਂ ਨੇ ਵੀ ਨਹੀਂ ਮੇਰੇ ਨਾਲ ਉਹਨਾਂ ਦਾ ਵੀ ਕੋਈ ਖਾਸ ਸੰਪਰਕ ਨਹੀਂ ਹੈ। ਇੰਨਾ ਹੀ ਪੁੱਛਿਆ ਸੀ ਕਿ ਤੁਸੀਂ ਕੇਸ ਕਰ ਰਹੇ ਹੋ, ਮੈਂ ਕਿਹਾ ਹਾਂ ਕਰ ਰਹੇ। ਅਤੇ ਉਸ ਤੋਂ ਇਲਾਵਾ ਤਾਂ ਕੋਈ ਉਹਨਾਂ ਨੇ ਨਹੀਂ ਕਿਹਾ ਕਿ ਤੁਸੀਂ ਕਰੋ ਜਾਂ ਨਾ ਕਰੋ, ਉਹਨਾਂ ਨੇ ਇਸ ਵੇਲੇ ਕੁਛ ਵੀ ਨਹੀਂ ਕਿਹਾ। ਕੁੰਵਰ ਵਿਜੇ ਪ੍ਰਤਾਪ ਨੇ ਇਹ ਵੀ ਜ਼ਿਕਰ ਕੀਤਾ ਸੀ ਕਿ ਮੈਨੂੰ ਮੌਕਾ ਨਹੀਂ ਦਿੱਤਾ, ਮੈਂ ਵਕੀਲਾਂ ਦੇ ਕੋਲ ਜਾਂਦਾ ਸੀ, ਮੇਰੇ 'ਤੇ ਤਸ਼ੱਦਦ ਕਰਦੇ ਸੀਗੇ, ਮਹਿੰਗੇ ਵਕੀਲ ਸੀ। ਕਹਿੰਦੇ ਉੱਥੇ ਜਾ ਕੇ ਮੈਨੂੰ ਉਹਨਾਂ ਦੇ ਦਫ਼ਤਰਾਂ ਦੇ ਬਾਹਰ ਖੜਾ ਹੋਣਾ ਪੈਂਦਾ ਸੀ ਜਿਵੇਂ ਕੋਈ ਚਪੜਾਸੀ ਹੋਵਾਂ। ਕਹਿੰਦੇ ਇੱਥੇ ਆ ਕੇ ਉਹਨਾਂ ਦੇ ਹੋਟਲਾਂ ਦੇ ਖਰਚੇ ਨਹੀਂ ਮੁੱਕਦੇ ਸੀਗੇ, ਮੈਰੀਅਟ ਦੇ ਵਿੱਚ ਜਾਂ ਤਾਜ ਦੇ ਵਿੱਚ ਰਹਿਣ ਨੂੰ ਜਿਹੜੀ ਸੀਗੀ ਉਹ ਨਖਰੇ ਦਿਖਾਉਣ ਲੱਗ ਜਾਂਦੇ ਸੀਗੇ। ਕੀ ਵਾਕਈ ਹੀ ਇਹਦੇ ਵਿੱਚ ਵਕੀਲਾਂ ਦੀ ਕੋਈ ਕਮੀ ਰਹੀ ਹੈਗੀ ਹੈ, ਜਾਂ ਜਿਵੇਂ ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਮੈਨੂੰ ਮੌਕਾ ਦੇ ਦਿੰਦੇ, ਇੱਕ ਵਾਰੀ ਮੈਂ ਪੇਸ਼ ਹੋ ਜਾਂਦਾ ਤਾਂ ਮੈਂ ਸਭ ਕੁਝ ਸਹੀ ਕਰ ਸਕਦਾ? ਤੁਸੀਂ ਬਾਏ ਨੇਮ ਪਾਰਟੀ ਹੋ, ਤੁਸੀਂ ਕਹਿ ਸਕਦੇ ਹੋ ਕਿ ਮੈਂ ਵਕੀਲ ਠੀਕ ਨਹੀਂ ਕਰ ਰਿਹਾ, ਮੈਨੂੰ ਦਿਓ ਮੌਕਾ। ਇਹ ਕੁਝ ਉਹਨਾਂ ਨੇ ਕਿਹਾ ਨਹੀਂ ਕੋਰਟ ਨੂੰ। ਦੂਸਰੀ ਗੱਲ ਹੈ ਕਿ ਜਿਹੜੇ ਹੋਟਲਾਂ ਦੇ ਬਾਅਦ ਤੁਸੀਂ ਉਹ ਤਾਂ ਸੈਂਕਸ਼ਨ ਕਰਵਾਉਂਦੇ ਸੀ ਸਾਰੇ ਬਿਲਸ, ਤੁਸੀਂ ਉਹ ਸਿਲੈਕਟ ਕੀਤੀ ਟੀਮ ਨੂੰ, ਤੁਸੀਂ ਜੋ ਟਾਈਮ ਰਹਿੰਦਾ ਸੀ ਉਦੋਂ ਬਦਲ ਦਿੰਦੇ ਟੀਮ ਨੂੰ। ਕਿਉਂਕਿ ਮੈਨੂੰ ਵੀ ਪਸੰਦ ਇਹ ਹੈ ਕਿ ਇੱਕ ਪਬਲਿਕ ਮਨੀ ਇਸ ਤਰ੍ਹਾਂ ਰਾਜੇ ਮਹਾਰਾਜਾ ਵਾਂਗ ਤੁਸੀਂ ਵੇਸਟ ਕਰੋ। ਚੰਡੀਗੜ੍ਹ ਵਿੱਚ ਇੰਨਾ ਲੀਗਲ ਸੈਂਟਰ ਹੈ, ਇੰਨੇ ਐਮੀਨੈਂਟ ਲਾਇਰਸ ਉੱਤੇ ਹੈਗੇ, ਬੈਸਟ ਆਫ ਲਾਇਰਸ। ਉਹਨਾਂ ਦਾ ਵੀ ਤਾਂ ਚੰਡੀਗੜ੍ਹ ਦਾ ਵਕੀਲ ਸੀ, ਚੀਮਾ ਸਾਹਿਬ, ਬਾਕੀ ਸਾਹਿਬ, ਜੋ ਉਹ ਇੰਨੇ ਚੰਗੇ ਸੀ, ਉਹਨਾਂ ਦਾ ਕੇਸ ਕਰ ਸਕਦਾ। ਤੁਹਾਨੂੰ ਡਿਫੈਂਡ ਕਰਨ ਲਈ ਤੁਹਾਨੂੰ ਕੋਈ ਲਾਇਰ ਨਹੀਂ ਮਿਲਿਆ। ਇਸ ਤੋਂ ਇਹ ਤਾਂ ਮੈਂ ਇੱਕੋ ਹੀ ਚੀਜ਼ ਮੈਂ ਉਹਨਾਂ ਨਾਲ ਐਗਰੀ ਕਰਦਾ ਕਿ ਜਿਹੜੀ ਟੀਮ ਤੁਸੀਂ ਬਣਾਈ ਹੈ, ਜਾਂ ਸਰਕਾਰ ਨੇ ਬਣਾਈ ਹੈ, ਜਾਂ ਇਹਨਾਂ ਨੇ ਆਪ ਬਣਾਈ ਹੈ, ਜਾਂ AG ਨੇ ਬਣਾਈ ਹੈ, ਉਹਦੀ ਕੋਈ ਲੋੜ ਨਹੀਂ ਸੀ।
ਐਂਡ ਦੇ ਵਿੱਚ ਮੈਂ ਜੇ ਇਹਨੂੰ ਸਮ ਅਪ ਕਰਾਂ ਤਾਂ ਤੁਹਾਡਾ ਕੀ ਲੱਗਦਾ ਹੈਗਾ ਜੋ ਟਿੱਪਣੀ ਕੋਰਟ ਨੇ ਕੀਤੀ ਹੈਗੀ ਹੈ ਕਿ ਇਹ ਬਦਨੀਤੀ ਦੇ ਨਾਲ ਹੋਈ ਹੈ ਜਾਂਚ, ਕੀ ਲੱਗਦਾ ਕਿ ਕਮੀਆਂ ਰਹੀਆਂ ਨੇ ਇਸ ਜਾਂਚ ਦੇ ਵਿੱਚ ਫੈਕਟਸ ਨਹੀਂ ਸੀਗੇ, ਇਸ ਜਾਂਚ ਨੂੰ ਹੋਰ ਜਿਹੜਾ ਸੀਗਾ ਬਿਹਤਰ ਕੀਤਾ ਜਾ ਸਕਦਾ ਸੀਗਾ ਕਿ ਇਹ ਜਾਂਚ ਠੀਕ ਸੀਗੀ, ਕੋਰਟ ਨੇ ਫੈਸਲਾ ਗਲਤ ਸੁਣਾਇਆ? ਨਹੀਂ, ਜਾਂਚ ਜੇ ਤੁਸੀਂ ਬਿਲਕੁਲ ਪ੍ਰੋਫੈਸ਼ਨਲ ਡਿਟੈਚ ਤਰੀਕੇ ਨਾਲ ਕਰਦੇ ਤਾਂ ਕਦੀ ਕੋਰਟ ਕੋਈ ਇੰਟਰਫੇਅਰ ਨਹੀਂ ਕਰਦਾ। ਜੇ ਤੁਸੀਂ ਤੁਸੀਂ ਉਹਨਾਂ ਨੂੰ ਦੇਖੋ, ਪ੍ਰੈਸ ਕਾਨਫਰੰਸ ਕਰਨ ਦੀ ਕੀ ਲੋੜ ਹੈ ਇੱਕ ਇਨਵੈਸਟੀਗੇਟਿੰਗ ਆਫੀਸਰ? ਇਹ ਤਾਂ ਜਿੱਦਾਂ ਜੱਜ ਪ੍ਰੈਸ ਕਾਨਫਰੰਸ ਕਰਦੇ, ਇੰਨੀ ਵੱਡੀ ਗਲਤੀ ਹੈ। ਫਿਰ ਇਲੈਕਸ਼ਨ ਕਮਿਸ਼ਨ ਨੋਟਿਸ ਵਿੱਚ ਆ ਗਿਆ, ਕਿੱਡੀ ਵੱਡੀ ਗੱਲ ਹੈ ਕਿ ਤੁਸੀਂ ਉਸ ਵੇਲੇ ਕਰੋ ਜਦੋਂ ਪੂਰੀ ਪਾਪੂਲੇਸ਼ਨ ਐਨਰਜਾਈਜ਼ਡ ਹੈ, ਵਾਚ ਕਰ ਰਹੇ ਹੈ, ਔਰ ਉਸ ਕੇਸ ਦੀ ਜਿੱਥੇ ਸਾਰੇ ਪਾਪੂਲੇਸ਼ਨ ਨੂੰ ਇਲੈਕਟਰਲ ਫਾਇਦਾ ਜਾਂ ਨੁਕਸਾਨ ਹੋ ਸਕਦਾ। ਦੈਟ ਮੀਨਸ ਤੁਹਾਡਾ ਕਿੰਨਾ ਪੋਲੀਟੀਕਲ ਮੋਟਿਵ ਸੀ, ਤੁਸੀਂ ਇੱਕ ਐਡੇ ਵੱਡੇ ਇਨਵੈਸਟੀਗੇਸ਼ਨ ਦੀ ਜਿਹੜੀ ਪੂਰੀ ਉਹਦੀ ਕ੍ਰੈਡੀਬਿਲਿਟੀ ਦਾਅ 'ਤੇ ਲਗਾਤੀ ਕੁਝ ਪੋਲੀਟੀਕਲ ਬੈਨੀਫਿਟ ਦੇਣ ਲਈ ਪ੍ਰੈਜ਼ੈਂਟ ਸਰਕਾਰ ਨੂੰ, ਸਪਸ਼ਟ ਹੀ ਹੁੰਦਾ। ਤੇ ਕੋਰਟ ਨੇ ਵਾਕਈ ਨੋਟਿਸ ਕੀਤਾ, ਕਿਉਂ ਨਹੀਂ ਕਰੇਗੀ? ਤਾਂ ਅਲਟੀਮੇਟਲੀ ਜੇ ਕੋਈ ਕੁਐਸਚਨ ਕਰ ਰਿਹਾ ਕਿ ਤੁਹਾਡੀ ਇਮਾਨਦਾਰੀ ਨਾਲ ਤੁਸੀਂ ਜਾਂਚ ਨਹੀਂ ਕੀਤੀ, ਇਹ ਸਰਕਮਸਟੈਂਸ ਵਾਕਿਆ ਹੀ ਕੋਰਟ ਨੇ ਲੈ ਸਕਦਾ ਹੈ। ਕੋਟਕਪੂਰਾ ਫਾਇਰਿੰਗ ਦੀ ਜਾਂਚ ਕਰ ਰਹੇ ਕੁੰਵਰ ਵਿਜੇ ਪ੍ਰਤਾਪ ਦੀ ਇਨਵੈਸਟੀਗੇਸ਼ਨ ਨੂੰ ਹਾਈ ਕੋਰਟ ਦੇ ਵੱਲੋਂ ਖਾਰਜ ਕਰ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਅਸਤੀਫਾ ਦੇ ਦਿੰਦੇ ਨੇ ਤੇ ਹੁਣ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਜਿਹੜੀ ਜਜਮੈਂਟ ਦੀ ਕਾਪੀ ਹੈ ਉਹ ਆ ਗਈ ਹੈ। ਕੀ ਕੁਝ ਇਸ ਜਜਮੈਂਟ ਦੀ ਕਾਪੀ ਦੇ ਵਿੱਚ ਹੈ ਤੇ ਕੀ ਕੁਝ ਤੱਥ ਜੱਜ ਉਹਨਾਂ ਦੇ ਵੱਲੋਂ ਦਿੱਤੇ ਗਏ ਨੇ, ਇਸ ਦੇ ਉੱਤੇ ਚਰਚਾ ਕਰਾਂਗੇ। ਤੇ ਕੀ ਵਾਕਈ ਹੀ ਜਿਹੜੀ ਜਾਂਚ ਕੁੰਵਰ ਵਿਜੇ ਪ੍ਰਤਾਪ ਕਰ ਰਹੇ ਸੀ ਉਹ ਬਦਨੀਤੀ ਦੇ ਨਾਲ ਕਰ ਰਹੇ ਸੀ, ਉਸ ਦੇ ਵਿੱਚ ਕੋਈ ਤੱਥ ਨਹੀਂ ਸੀ, ਸਿਰਫ ਮਨਘੜਤ ਕਹਾਣੀਆਂ ਹੀ ਜਿਹੜੀਆਂ ਉਹ ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਲਿਖੀਆਂ ਗਈਆਂ ਸੀ। ਇਸ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸੀਨੀਅਰ ਵਕੀਲ RS ਬੈਂਸ ਹੋਣੀ ਮੌਜੂਦ ਨੇ। ਮੈਂ ਸਾਹਿਬ, ਕਾਪੀ ਤੁਸੀਂ ਪੜ੍ਹ ਲਈ, ਕੀ ਐਨਾਲਾਈਜ਼ ਕਰ ਰਹੇ ਹੈਗੇ ਹੋ? ਕੀ ਵਾਕਈ ਹੀ ਇਨਵੈਸਟੀਗੇਸ਼ਨ ਦੇ ਵਿੱਚ ਕਮੀ ਸੀ ਜਾਂ ਫਿਰ ਜਜਮੈਂਟ ਵੀ ਜਿਹੜੀ ਹੈਗੀ ਹੈ ਕਿਸੇ ਨਾ ਕਿਸੇ ਤੁਹਾਨੂੰ ਕੁਝ ਗਲਤ ਲੱਗ ਰਹੀ ਹੈ? ਜਜਮੈਂਟ ਵੀ ਗਲਤ ਹੈ, ਇਸ ਕਰਕੇ ਸਰਕਾਰ ਨੂੰ ਅਪੀਲ ਕਰਨੀ ਚਾਹੀਦੀ ਹੈ, ਕਿਉਂਕਿ ਜਜਮੈਂਟ ਵਿੱਚ ਜਿਸ ਬਰੇਵਰੀ ਨਾਲ ਆਨਰੇਬਲ ਹਾਈ ਕੋਰਟ ਕਲੀਨ ਚਿਟ ਦੇ ਰਿਹਾ ਹੈ ਔਨ ਮੈਰਿਟਸ ਟੂ ਦਾ ਫਾਰਮਰ ਚੀਫ ਮਿਨਿਸਟਰ, ਉਹ ਇਟ ਇਜ਼ ਨਾਟ ਡਨ। ਇਨਵੈਸਟੀਗੇਸ਼ਨ ਤੁਸੀਂ ਮੈਰਿਟਸ ਦੇ ਕੇਸ 'ਤੇ ਕਮੈਂਟ ਨਹੀਂ ਕਰਨਾ ਹੁੰਦਾ। ਤੁਹਾਡੇ ਸਾਹਮਣੇ ਕੁਝ ਲਾਅ ਪੁਆਇੰਟਸ ਰੇਜ਼ ਕੀਤੇ ਗਏ ਸੀ, ਤੁਹਾਡੇ ਸਾਹਮਣੇ ਕੀਤਾ ਸੀ ਕਿ ਦਾ ਇਨਵੈਸਟੀਗੇਸ਼ਨ ਆਫਿਸਰ ਇੰਪਾਰਸ਼ਲ ਨਹੀਂ ਹੈ, ਹੀ ਇਜ਼ ਪਾਰਸ਼ਲ। ਉਹ ਬੋਨਾਫਾਈਡਲੀ ਓਨੈਸਟਲੀ ਇਨਵੈਸਟੀਗੇਸ਼ਨ ਨਹੀਂ ਕਰ ਰਿਹਾ। ਤੁਹਾਡੇ ਸਾਹਮਣੇ ਪੁਆਇੰਟ ਸੀ ਕਿ ਤੁਸੀਂ FIR ਦੂਜਾ ਨਹੀਂ ਸੀ ਕਰ ਸਕਦੇ। ਤੀਜਾ ਸੀ ਇਹੋ ਜਿਹੇ ਛੋਟੇ ਜਿਹੇ ਪੁਆਇੰਟ ਸੀ, ਉਸ ਦੇ ਵਿੱਚ ਤੁਸੀਂ ਅੰਦਰ ਜਾ ਕੇ ਇਹ ਫਾਈਂਡਿੰਗ ਆਲਮੋਸਟ ਦੇ ਦੇਣੀ ਕਿ ਜਿਹੜੀ ਸਾਰੀ ਇਨਵੈਸਟੀਗੇਸ਼ਨ ਹੈ ਜਿਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਫਾਰਮਰ ਚੀਫ ਮਿਨਿਸਟਰ ਜਾਂ ਡਿਪਟੀ ਚੀਫ ਮਿਨਿਸਟਰ ਇਨਵੋਲਵਡ ਹੈਗੇ ਨੇ, ਉਹ ਸਾਰੇ ਇੱਕ ਫਿਗਮੈਂਟ ਆਫ ਇਮੈਜੀਨੇਸ਼ਨ ਹੈ। ਉਹ ਥੋੜ੍ਹਾ ਟੂ ਮੱਚ ਹੈ, ਕਿਉਂਕਿ ਜਿਹੜੀ ਤੁਸੀਂ ਮੈਜਰਿੰਗ ਨਹੀਂ ਕਰਨੀ ਹੁੰਦੀ। ਹਾਈ ਕੋਰਟ ਕਦੀ ਮੈਜਰ ਨਹੀਂ ਕਰਦਾ ਕਿ ਐਵੀਡੈਂਸ ਤਾਂ ਹੈ ਨਾ, ਕਾਲ ਡਿਟੇਲਸ ਤਾਂ ਹੈਗੀਆਂ, ਇਜ਼ ਇਟ ਨਾਟ ਐਵੀਡੈਂਸ? ਇਹ ਵੀ ਤਾਂ ਐਵੀਡੈਂਸ ਹੈਗਾ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਐਵੀਡੈਂਸ ਦੀ ਵੈਲਿਊ ਕਿੰਨੀ ਹੈ, ਉਹ ਤਾਂ ਟਰਾਇਲ ਕੋਰਟ ਦੇਖੇਗਾ ਜਦੋਂ ਸਾਰਾ ਹੋਏਗਾ। ਤੁਸੀਂ ਰਿਟ ਜੁਰਿਸਡਿਕਸ਼ਨ ਦੇ ਵਿੱਚ ਇੱਦਾਂ ਦੀਆਂ ਫਾਈਂਡਿੰਗ ਨਹੀਂ ਦੇ ਸਕਦੇ ਜੋ ਜੱਜ ਸਾਹਿਬ ਨੇ ਦਿੱਤੀਆਂ। ਫਿਰ ਜੱਜ ਸਾਹਿਬ ਨੇ ਇੱਕ ਹੋਰ ਵੀ ਗਲਤੀ ਕੀਤੀ ਹੈ ਕਿ ਜਦੋਂ ਆਲਰੇਡੀ ਇਹ ਸਿਮਿਲਰ ਇਸ਼ੂ ਆਲਰੇਡੀ ਦੋ ਬੈਂਚਿਸ ਪਹਿਲਾਂ ਡਿਸਾਈਡ ਕਰ ਚੁੱਕੇ ਨੇ ਔਰ ਉਹਨਾਂ ਵਿੱਚ ਵੀ ਆਲਮੋਸਟ ਸਿਮਿਲਰ ਆਰਗੂਮੈਂਟਸ ਆਈਆਂ ਸੀ ਕਿ CBI ਨੂੰ CBI ਨੂੰ ਜਾਵੇ, ਇੱਥੇ ਵੀ ਕਹਿ ਰਹੇ CBI ਨੂੰ ਜਾਏ। ਉਸ ਦੇ ਬਾਵਜੂਦ ਤੁਸੀਂ ਇੰਟਰਫੇਅਰ ਕਰ ਦਿੱਤਾ, ਤੁਸੀਂ ਕਹਿ ਦਿੱਤਾ ਕਿ ਨਹੀਂ ਉਹਦੇ 'ਚ ਫਾਈਂਡਿੰਗ ਵਿੱਚ ਜ਼ਿਆਦਾ ਲੰਬੀ ਨਹੀਂ ਸੀ ਜਾਂ ਮੇਰੇ 'ਤੇ ਬਾਈਂਡਿੰਗ ਨਹੀਂ ਹੈ। ਪ੍ਰੋਪਰਾਈਟੀ ਡਿਮਾਂਡ ਕਰਦੇ ਸੀ ਕਿ ਤੁਸੀਂ ਕਹਿੰਦੇ ਕਿ ਮੈਂ ਡਿਫਰ ਕਰਦਾ ਜਾਂ ਮੈਂ ਰਿਸਪੈਕਟਫੁਲੀ ਬਾਉਂਡ ਵਿਦ ਦਾ ਪ੍ਰੀਵੀਅਸ ਜਜਮੈਂਟ ਹੈ ਜਾਂ ਫਿਰ ਤੁਸੀਂ 3 ਜੱਜਾਂ ਦਾ ਹੋਰ ਬੈਂਚ ਬਣਾ ਦਿਓ। ਸਿੰਗਲ ਜੱਜ ਨੂੰ ਰਿਸਪੈਕਟਫੁਲੀ ਡਿਸਐਗਰੀ ਵੀ ਨਹੀਂ ਕਰ ਸਕਦੇ, ਉਹਨਾਂ ਨੂੰ ਰਿਸਪੈਕਟਫੁਲੀ ਡਿਸਐਗਰੀ ਕਰਕੇ ਰਿਕਮੈਂਡ ਕਰਨਾ ਪੈਂਦਾ ਚੀਫ ਜਸਟਿਸ ਨੂੰ ਕਿ ਤੁਸੀਂ ਵੱਡੇ ਦੋ ਜਾਂ ਦੋ ਤੋਂ ਜ਼ਿਆਦਾ ਜੱਜਸ ਦਾ ਬੈਂਚ ਬਣਾ ਦਿਓ। ਉਹੀ ਇਹ ਇਸ਼ੂ ਡਿਸਾਈਡ ਕੀਤਾ ਕਿਉਂਕਿ ਇਹ ਇਸ਼ੂ ਨੂੰ ਟੱਚ ਕਰ ਚੁੱਕੇ ਪਹਿਲੇ ਬੈਂਚ। ਦੋ ਜਜਮੈਂਟਸ ਹੋਣ ਇਸ ਇਸ਼ੂ 'ਤੇ ਇਹਨਾਂ ਅਕਿਊਜ਼ ਦੇ ਵੱਲ ਜਾਂ ਸੇਮ ਨਹੀਂ ਹੋਏਗਾ, ਦੂਜੇ ਹੋਣਗੇ ਬਟ ਇਸ਼ੂ ਸੇਮ ਸੀ। ਉਸ ਤੋਂ ਬਾਅਦ ਫਿਰ ਇਹ ਜਜਮੈਂਟ ਦੇਣੀ, ਇਸ ਕਰਕੇ ਥੋੜ੍ਹਾ ਜਿਹਾ ਜਿਹੜਾ ਐਕਸੈਪਟਡ ਲੀਗਲ ਸਟੈਂਡਰਡਸ ਹੈ ਉਸ ਤੋਂ ਹਟ ਕੇ ਹੈ। ਤੀਸਰੀ ਗੱਲ ਹੈ ਕਿ ਇਨਵੈਸਟੀਗੇਸ਼ਨ ਦੇ ਵਿੱਚ ਇੰਟਰਫੇਰੈਂਸ ਵੈਸੇ ਹੀ ਬੜੀ ਘੱਟ ਹੁੰਦੀ ਹੈ। ਹਰ ਰੋਜ਼ 50 ਪਟੀਸ਼ਨਾਂ ਹਾਈ ਕੋਰਟ ਡਿਸਮਿਸ ਕਰਦਾ ਕਿ ਅਸੀਂ ਇਨਵੈਸਟੀਗੇਸ਼ਨ ਇੰਟਰਫੇਅਰ ਨਹੀਂ ਕਰਨੀ, ਇਨਵੈਸਟੀਗੇਸ਼ਨ ਮਾਮਲਾ ਸਿਰਫ ਪੁਲਿਸ ਦਾ ਹੈਗਾ। ਅਲਟੀਮੇਟਲੀ ਤੁਸੀਂ ਜਦੋਂ ਟਰਾਇਲ ਹੋਏਗਾ ਉਦੋਂ ਸਾਬਤ ਕਰੋ। ਔਰ ਜਿਹੜਾ ਕੇਸ ਵਿੱਚ ਕਮਿਸ਼ਨਰ ਆਫ ਇਨਕੁਆਇਰੀ ਇੱਕ ਨਹੀਂ ਦੋ ਬੈਠੇ ਹੋਣ, ਜਿਹੜੇ ਫਾਰਮਰ ਹਾਈ ਕੋਰਟ ਦੇ ਜੱਜ ਹੋਣ, ਤੁਸੀਂ ਘੱਟੋ ਘੱਟ ਇੰਨੀ ਰਿਸਪੈਕਟ ਤਾਂ ਕਰੋਗੇ ਉਹਨਾਂ ਦੀ ਫਾਈਂਡਿੰਗ ਨੂੰ ਕਿ ਜੇ ਇਨਵੈਸਟੀਗੇਸ਼ਨ ਉਹਨਾਂ ਫਾਈਂਡਿੰਗ ਦੇ ਮੁਤਾਬਿਕ ਚੱਲ ਰਿਹਾ ਹੈ ਤਾਂ ਉਹਦੀ ਇੰਨੀ ਤਾਂ ਉਹਦੀ ਐਵੀਡੈਂਸ਼ਰੀ ਵੈਲਿਊ, ਪ੍ਰੀਮਾ ਫੇਸੀ ਵੈਲਿਊ ਤਾਂ ਹੈਗੀ ਨਾ ਕਿ ਤੁਸੀਂ ਉਸ 'ਤੇ ਆਪਣਾ ਆਬਜ਼ਰਵੇਸ਼ਨ ਨਾ ਦਿਓ।
ਕਮਿਸ਼ਨ ਆਫ ਇਨਕੁਆਇਰੀ ਨੇ ਆਪ ਐਵੀਡੈਂਸ ਰਿਕਾਰਡ ਕੀਤਾ ਔਰ ਦੋ ਅਲੱਗ-ਅਲੱਗ ਕਮਿਸ਼ਨ ਆਫ ਇਨਕੁਆਇਰੀ ਦੀਆਂ ਫਾਈਂਡਿੰਗ ਸੇਮ ਹੈਗੀਆਂ। ਉਸ ਦੇ ਬਾਵਜੂਦ ਹਾਈ ਕੋਰਟ ਸਿਰਫ ਰਿਕਾਰਡ ਦੇਖ ਕੇ ਔਰ ਬਿਲਕੁਲ ਜਿਹੜਾ ਮਟੀਰੀਅਲ ਹਾਈ ਕੋਰਟ ਨੇ ਰਿਲਾਈ ਕੀਤਾ ਉਹ ਕੋਈ ਇੰਨਾ ਕੋਈ ਸਬਸਟੈਂਟਿਵ ਮਟੀਰੀਅਲ ਨਹੀਂ ਹੈ ਕਿ ਇਲੈਕਸ਼ਨ ਕਮਿਸ਼ਨ ਦੀ ਚਿੱਠੀ, ਇਲੈਕਸ਼ਨ ਕਮਿਸ਼ਨ ਚਿੱਠੀ ਦੀ ਕੋਈ ਵੈਲਿਊ ਨਹੀਂ ਹੈ। ਇਹ ਠੀਕ ਹੈ ਕਿ ਪ੍ਰੋਪਰਾਈਟੀ ਡਿਮਾਂਡ ਕਰਦੀ ਸੀ ਕਿ ਇਨਵੈਸਟੀਗੇਸ਼ਨ ਜਿਹੜਾ ਚੀਫ ਆਫ ਇਨਵੈਸਟੀਗੇਸ਼ਨ ਟੀਮ ਹੈ ਉਹ ਪ੍ਰੈਸ ਵਿੱਚ ਨਹੀਂ ਜਾਂਦੇ, ਪ੍ਰੋਪਰਾਈਟੀ ਸਰਟਨਲੀ ਡਿਮਾਂਡ ਕਰਦੇ ਸੀ। ਬਟ ਪ੍ਰੋਪਰਾਈਟੀ ਡਿਮਾਂਡ ਕਰਨਾ, ਮਾਡਲ ਕੋਡ ਆਫ ਕੰਡਕਟ ਕਰਨਾ ਤੇ ਇਲੀਗੈਲਿਟੀ ਜਾਂ ਅਬਜ਼ਰਵਰਿਟੀ ਜਾਂ ਪਰਵਰਸਿਟੀ ਜਿਹੜੇ ਸ਼ਬਦ ਯੂਜ਼ ਕੀਤੇ ਜਜਮੈਂਟ ਦੇ ਵਿੱਚ ਉਹ ਬਹੁਤ ਦੂਰ ਲੰਬੀ ਛਲਾਂਗ ਹੈ। ਤਾਂ ਕੰਡਕਟ ਚਾਹੇ ਉਹਨਾਂ ਦਾ ਠੀਕ ਨਹੀਂ ਸੀ ਮਗਰ ਉਸ ਗਰਾਊਂਡ 'ਤੇ ਤੁਸੀਂ ਪੂਰੀ ਚਲਾਨ ਜਾਂ ਚਾਰਟ ਸ਼ੀਟਸ ਨੂੰ ਹੀ ਖਤਮ ਕਰ ਦੇਣਾ, ਇਹ ਬਹੁਤ ਵੱਡਾ ਜੁਡੀਸ਼ੀਅਲ ਜੰਪ ਹੈ ਜਿਹੜਾ ਕਿ ਮੇਰੇ ਹਿਸਾਬ ਨਾਲ ਐਕਸੈਪਟਡ ਸਟੈਂਡਰਡ ਦੇ ਮੁਤਾਬਿਕ ਨਹੀਂ ਹੈ ਤੇ ਇਸ ਕਰਕੇ ਜਜਮੈਂਟ ਨੂੰ ਅਪੀਲ ਕਰਨੀ ਚਾਹੀਦੀ। ਜੁਡੀਸ਼ਰੀ ਇਹ ਜੰਪ ਹੈਗਾ, ਫਿਰ ਕੀ ਲੱਗਦਾ ਕਿਉਂਕਿ ਕੁੰਵਰ ਵਿਜੇ ਪ੍ਰਤਾਪ ਕਹਿੰਦੇ ਸੀ ਇਹ ਜਿਹੜੀ ਜਾਂਚ ਹੋ ਰਹੀ ਹੈ ਇੰਟਰਨੈਸ਼ਨਲ ਲੈਵਲ ਦੀ ਜਾਂਚ ਹੈਗੀ ਹੈ, ਇਸ ਨੂੰ ਹਾਲਾਂਕਿ ਅੱਗੇ ਪੜ੍ਹਾਇਆ ਜਾਊਗਾ, ਇਸ ਨੂੰ ਤੱਥ ਰੱਖਿਆ ਜਾਊਗਾ, ਜਦੋਂ ਅੱਗੇ ਕੋਈ ਇਨਵੈਸਟੀਗੇਸ਼ਨਸ ਹੋਇਆ ਕਰਨਗੀਆਂ ਤਾਂ ਉਸ ਦਾ ਬਿਹਾਫ ਇਹ ਵਾਲੀ ਇਨਵੈਸਟੀਗੇਸ਼ਨ ਹੋਊਗੀ, ਪਰ ਜੱਜ ਸਾਹਿਬ ਨੇ ਤਾਂ ਸਾਰੀ ਹੀ ਇੱਕ ਤਰੀਕੇ ਨਾਲ ਇਹਨੂੰ ਕੁਐਸ਼ ਕਰ ਦਿੱਤਾ ਹੈ। ਜਜਮੈਂਟ ਤੋਂ ਇਹ ਕੋਈ ਇਹੋ ਜਿਹਾ ਲੱਗਦਾ ਨਹੀਂ ਕਿ ਇੰਨੀ ਹਾਈ ਲੈਵਲ ਇੰਟਰਨੈਸ਼ਨਲ ਲੈਵਲ ਦੀ ਕੋਈ ਇਨਵੈਸਟੀਗੇਸ਼ਨ ਹੋਈ ਹੋਵੇ। ਰਾਦਰ ਜਿਹੜਾ ਕੰਡਕਟ ਆ ਉਹ ਇਟਸ ਫਾਲ ਸ਼ਾਰਟਸ ਆਫ ਦਾ ਸਟੈਂਡਰਡਸ। ਦੇਖੋ ਸਟੈਂਡਰਡ ਜੱਜ ਦਾ ਵੀ ਉਹੀ ਹੈ, ਇਨਵੈਸਟੀਗੇਸ਼ਨ ਆਫਿਸਰ ਦਾ ਵੀ ਉਹੀ ਹੈ ਕਿ ਜਦੋਂ ਤੁਸੀਂ ਕੋਈ ਦੋਨੋਂ ਸਾਈਡ ਦਾ ਐਵੀਡੈਂਸ ਇਕੱਠਾ ਕਰ ਰਹੇ ਹੋ ਕਿ ਕਿਹੜਾ ਗਿਲਟੀ ਹੈ ਕਿਹੜਾ ਨਹੀਂ, ਤੇ ਉਸ ਵੇਲੇ ਤੁਸੀਂ ਘੱਟੋ ਘੱਟ ਬਿਲਕੁਲ ਪ੍ਰੈਸ ਦੇ ਸਾਹਮਣੇ ਨਹੀਂ ਜਾਣਾ, ਲੋਕਾਂ ਸਾਹਮਣੇ ਜਾਣਾ, ਤੁਸੀਂ ਅਲਟੀਮੇਟਲੀ ਆਪਣੇ ਕਨਕਲੂਜਨ ਐਵੀਡੈਂਸ ਇਕੱਠਾ ਕਰਕੇ ਕੋਰਟ ਕੋਲ ਪੇਸ਼ ਕਰਨੇ। ਜੱਜ ਵੀ ਪੂਰਾ ਐਵੀਡੈਂਸ ਰਿਕਾਰਡ ਕਰਕੇ ਅਲਟੀਮੇਟਲੀ ਜਜਮੈਂਟ ਦਿੰਦਾ ਹੈ। ਤੁਸੀਂ ਇਮੈਜਿਨ ਕਰੋ ਇਸ ਟਰਾਇਲ ਦਾ ਜੱਜ ਕਦੀ ਪ੍ਰੈਸ ਕਾਨਫਰੰਸ ਕਰ ਸਕਦਾ ਕਿਸ ਕੇਸ ਜਿਹੜਾ ਉਹਦੇ ਸਾਹਮਣੇ ਹੋਵੇ, ਤਾਂ ਆਈਓ ਤੇ ਵੀ ਉਹੀ ਜਿਹੜੀ ਮਰਿਆਦਾ ਅਪਲਾਈ ਕਰਦੀ ਹੈ। ਸੋ ਉਹ ਮਰਿਆਦਾ ਦਾ ਉਲੰਘਣ ਜ਼ਰੂਰ ਕੀਤਾ। ਫਿਰ ਉਹ ਨੋਟਿਸ ਆ ਗਿਆ ਕੌਂਸਟੀਟਿਊਸ਼ਨਲ ਅਥਾਰਟੀ ਦੇ ਵਿੱਚ, ਇਲੈਕਸ਼ਨ ਕਮਿਸ਼ਨ ਦੇ ਵਿੱਚ, ਫਿਰ ਉਹਨਾਂ ਨੇ ਕੁਛ ਆਰਡਰ ਵੀ ਪਾਸ ਕੀਤੇ। ਫਿਰ ਸਟੇਟ ਗਵਰਨਮੈਂਟ ਨੇ ਥੋੜ੍ਹੇ ਜਿਹੇ ਆਰਡਰ ਇਹੋ ਜਿਹੇ ਕੀਤੇ ਕਿ ਉਹਨਾਂ ਡਾਊਟ ਹੋ ਜਾਂਦਾ ਕਿ ਇਸ ਆਫਿਸਰ ਨੂੰ ਬਹੁਤ ਜ਼ਿਆਦਾ ਪ੍ਰੈਫਰ ਕਰਦੇ ਨੇ। ਜਿਹੜੀ ਪਰਟੀਕੁਲਰ ਜਿਹੜੀ ਹੈ ਨਾ ਇੱਕ ਆਫਿਸਰ ਨੂੰ ਸਿਲੈਕਟ ਕਰਨਾ, ਇੱਕ ਪਰਟੀਕੁਲਰ ਇਨਵੈਸਟੀਗੇਸ਼ਨ, ਉਹ ਆਪ ਇੱਕ ਡਾਊਟਫੁਲ ਬਣ ਜਾਂਦੀ ਹੈ ਕਿ ਐਡੀ ਵੱਡੀ ਸਟੇਟ ਹੈ, ਐਨੇ ਵੱਡੇ ਪੁਲਿਸ ਆਫਿਸਰ ਹੈ, ਤੁਸੀਂ ਇੱਕ ਆਫਿਸਰ 'ਤੇ ਕਿਉਂ ਇੰਨਾ ਜ਼ਿਆਦਾ ਰਿਲਾਈ ਕਰਦੇ ਹੋ। ਇਸ ਤੋਂ ਹੀ ਜਿਹੜੀ ਇੰਪਾਰਸ਼ੈਲਿਟੀ 'ਤੇ ਇੱਕ ਡਾਊਟ ਹੋ ਜਾਂਦਾ ਹੈ। ਜੇਕਰ ਸਰਲ ਸ਼ਬਦਾਂ ਦੇ ਵਿੱਚ ਅਸੀਂ ਲੋਕਾਂ ਨੂੰ ਸਮਝਾਈਏ ਕਿ ਜੋ ਜਜਮੈਂਟ ਦੀ ਕਾਪੀ ਆਈ ਹੈ ਔਰ ਉਹਦੇ ਵਿੱਚ ਵੱਖੋ ਵੱਖ ਜਿਹੜੀ ਹੈ ਉਹਨਾਂ ਨੇ ਟਿੱਪਣੀਆਂ ਕੀਤੀਆਂ ਹੈਗੀਆਂ ਨੇ, ਖਾਸ ਤੌਰ ਦੇ ਉੱਤੇ ਜਿਹੜੀ ਟਿੱਪਣੀ ਇਹ ਬਾਰ-ਬਾਰ ਜ਼ਿਕਰ ਹੁੰਦਾ ਸੀਗਾ ਕਿ ਪ੍ਰਕਾਸ਼ ਸਿੰਘ ਬਾਦਲ ਨੇ 2:30 ਵਜੇ ਗੱਲ ਕੀਤੀ ਹੈ। ਪੋਲੀਟੀਕਲ ਲੀਡਰਸ ਵੀ ਇਸ ਗੱਲ ਨੂੰ ਕਰ ਰਹੇ ਸੀਗੇ, ਜ਼ਿਕਰ ਕਰਦੇ ਆ, ਬਾਰ-ਬਾਰ ਚੱਕਦੇ ਨੇ ਕਿ ਗੱਲਬਾਤ ਜਿਹੜੀ ਹੈਗੀ ਹੈ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਹੈ, DGP ਨਾਲ ਗੱਲਬਾਤ ਕੀਤੀ ਹੈ। ਉਸ ਦੇ ਉੱਤੇ ਵੀ ਕੋਰਟ ਨੇ ਫਿਰ ਟਿੱਪਣੀ ਕੀਤੀ ਹੈ, ਕਹਿੰਦੇ ਫਿਰ ਜੇਕਰ ਐਵੇਂ ਤਾਂ ਗੱਲਬਾਤ ਕਰਨ ਦੇ ਉੱਤੇ ਕੇਸ ਹੋ ਜਾਏ ਤਾਂ ਹਰ ਰੋਜ਼ ਹੀ ਕੋਈ ਨਾ ਕੋਈ ਕੇਸ ਹੋ ਜਾਏ, ਕਿਉਂਕਿ ਮੁੱਖ ਮੰਤਰੀ ਤਾਂ ਹਰ ਰੋਜ਼ ਹੀ ਕਿਸ ਨਾਲ ਗੱਲ ਕਰਦਾ ਹੈਗਾ। ਦੇਖੋ ਸਿੰਪਲੀ ਗੱਲ ਕੀਤੀ ਹੋਵੇ ਤਾਂ ਹੋਰ ਗੱਲ ਹੈ, ਮਗਰ ਜੇ ਗੱਲ ਹੋਣ ਪਾਰਟ ਆਫ ਦਾ ਕੌਨਸਪੀਰੇਸੀ ਹੋਵੇ ਕਿ ਹਦਾਇਤਾਂ ਦਿਓ ਕਿ ਆਪਾਂ ਕੁਝ ਇਹੋ ਜਿਹਾ ਕਰਨਾ ਕਿ ਲੋਕਾਂ ਦਾ ਧਿਆਨ ਹਟਾਉਣਾ ਹੈ, ਅਤੇ ਕੋਈ ਵੱਡੀ ਵਾਰਦਾਤ ਕਰੋ ਤਾਂ ਨਾ ਹਟਾਓ ਅਤੇ ਮੈਨੂੰ ਪੋਲੀਟੀਕਲ ਨੁਕਸਾਨ ਹੋ ਰਿਹਾ ਹੈ, ਅਤੇ ਹਰ ਹਾਲਤ ਵਿੱਚ ਚਾਹੇ ਉਹ ਬੈਠੇ ਉਹਨਾਂ ਨੂੰ ਗੋਲੀਆਂ ਮਾਰ ਦਿਓ, ਫਿਰ ਇਹ ਡਾਇਰੈਕਟ ਆਰਡਰ ਟੂ ਮਰਡਰ ਹੋ ਜਾਂਦਾ, ਫਿਰ ਇਹ ਕ੍ਰਾਈਮ ਬਣ ਜਾਂਦਾ ਹੈ। ਹੁਣ ਇਸ ਕਰਕੇ ਅਲਟੀਮੇਟਲੀ ਤਾਂ ਇਸ ਲਈ ਗੱਲਾਂ ਟਰਾਇਲ ਕੋਰਟ ਦੇ ਵਿੱਚ ਸ਼ੁਭ ਲੱਗਦੀਆਂ ਕਿ ਜਦੋਂ ਸਾਰਾ ਐਵੀਡੈਂਸ ਹੋ ਰਿਹਾ ਉਹਦੀ ਫਾਈਨਲ ਜਜਮੈਂਟ 'ਤੇ ਕੀ ਕਹਿੰਦੀ ਹੈ। ਹਾਈ ਕੋਰਟ ਲਈ ਇਸ ਸਟੇਜ 'ਤੇ ਇੱਦਾਂ ਦੀ ਚੀਜ਼ਾਂ 'ਤੇ ਕਮੈਂਟ ਕਰਨਾ ਬਿਲਕੁਲ ਇਨਐਪਰੋਪ੍ਰੀਏਟ ਸੀ, ਬਿਲਕੁਲ ਅਨਨੈਸੈਸਰੀ ਸੀ। ਇਹ ਵੀ ਜ਼ਿਕਰ ਕੀਤਾ, ਕਹਿੰਦੇ SDM ਦਾ ਹਵਾਲਾ ਦਿੱਤਾ ਗਿਆ ਕਿ SDM ਨੇ ਆਰਡਰ ਦਿੱਤੇ, ਪਰ SDM ਦੇ ਕੋਈ ਕਾਰਵਾਈ ਨਹੀਂ, SDM ਦਾ ਨਾਮ ਹੀ ਨਹੀਂ ਪਾਇਆ ਹੈਗਾ। ਬਿਲਕੁਲ, ਜਦੋਂ ਤੁਸੀਂ ਜਜਮੈਂਟ ਦੀ CCTV ਦੀ ਜਿਹੜੀ ਜਿਸਟ ਹੈ ਉਹਨਾਂ ਨੇ ਰੀਪਰੋਡਿਊਸ ਕੀਤੀ ਹੈ, ਉਸ ਤੋਂ ਔਰ ਜਿਹੜਾ ਕਨਕਲੂਜਨ ਬਿਲਕੁਲ ਉਲਟਾ ਦਿੱਤਾ ਹੈ ਹਾਈ ਕੋਰਟ ਨੇ। ਜਿਸ ਤੱਕ ਦਿਖ ਰਿਹਾ ਕਿ ਉਹਦੇ 'ਚ ਪੀਸਫੁਲ ਬੰਦੇ ਬੈਠੇ ਆ, ਪੁਲਿਸ ਹੌਲੀ ਹੌਲੀ ਘੇਰਾਬੰਦੀ ਆਈ ਰਹੀ ਹੈ, ਅਲਟੀਮੇਟਲੀ ਉਹਨਾਂ 'ਤੇ ਪਹਿਲਾਂ ਵਾਟਰ ਕੈਨਨ ਛੱਡਦੀ ਹੈ, ਫਿਰ ਲਾਠੀਚਾਰਜ ਕਰਦੀ, ਉਸ ਤੋਂ ਬਾਅਦ ਪਹਿਲਾਂ ਸਟੋਨ ਚੁੱਕਿਆ ਜਾਂਦਾ ਹੈ, ਤਾਂ ਉਸ ਤੋਂ ਬਾਅਦ ਫਾਇਰਿੰਗ ਹੁੰਦੀ ਹੈ। ਸੋ ਜਦੋਂ ਤੁਸੀਂ ਪ੍ਰਵੋਕ ਕਰਦੇ ਹੋ ਕਿਸੇ ਕਰਾਊਡ ਨੂੰ, ਔਰ ਇਨ ਦਾ ਮਾਰਨਿੰਗ ਜਦੋਂ ਕਿ ਕੋਈ ਕਾਰਨ ਨਹੀਂ ਸੀ, ਕੋਈ ਸਪੀਚਾਂ ਨਹੀਂ ਦਿੱਤੀਆਂ ਜਾ ਰਹੀਆਂ ਸੀ, ਉਹ ਸਿਰਫ ਮਾਰਨਿੰਗ ਰੂਟੀਨ ਲੋਕੀ ਕਰ ਰਹੇ ਸੀ, ਉਹਨਾਂ ਹਾਲਾਤਾਂ ਵਿੱਚ ਤੁਸੀਂ ਕੌਨਸਪੀਰੇਸੀ ਨਾਲ, ਔਰ ਉੱਥੇ ਇਹ ਵੀ ਆਇਆ ਕਿ ਕੰਟੀਨਿਊਸਲੀ ਤੁਸੀਂ ਕਿਸੇ ਹੋਰ ਨਾਲ ਟੈਲੀਫੋਨ ਕਰ ਰਹੇ ਹੋ, ਮੋਬਾਈਲ ਡਿਟੇਲ ਨਾਲ, ਉਹਨਾਂ ਹਾਲਾਤਾਂ ਵਿੱਚ ਇਹਦਾ ਇਨਫਰੈਂਸ ਕਿ ਵੈਦਰ ਇਹ ਕ੍ਰਾਈਮ ਹੈ ਜਾਂ ਰੂਟੀਨ ਐਡਮਿਨਿਸਟ੍ਰੇਟਿਵ ਮੈਜਰ ਹੈ, ਇਹ ਕਾਫੀ ਵੱਡਾ ਸਵਾਲ ਪੈਦਾ ਹੋ ਜਾਂਦਾ ਹੈ। ਹਾਲਾਂਕਿ ਅਕਸ਼ੇ ਕੁਮਾਰ ਦਾ ਵੀ ਜਿਸ ਤਰੀਕੇ ਨਾਲ ਇਹਦੇ ਵਿੱਚ ਜ਼ਿਕਰ ਹੋਇਆ ਹੈਗਾ, ਉਸ ਦੇ ਉੱਤੇ ਵੀ ਟਿੱਪਣੀ ਕੀਤੀ ਹੈ, ਸਿੰਘ ਇਜ਼ ਬਲਿੰਕ ਕੋਈ ਮੂਵੀ ਨਹੀਂ ਹੈਗੀ ਜਿਸ ਦੀ ਤੁਸੀਂ ਇਹ ਐਵੇਂ ਦੀ ਇਨਵੈਸਟੀਗੇਸ਼ਨ ਕਰ ਰਹੇ ਹੈਗੇ। ਨਹੀਂ ਬਿਲਕੁਲ, ਆਈ ਥਿੰਕ ਇਸੇ ਗੱਲ 'ਤੇ ਜੇ ਸੁਪਰੀਮ ਕੋਰਟ ਇੰਟਰਫੇਅਰ ਕਰੇਗੀ ਜਜਮੈਂਟ ਇਹਨਾਂ ਗਰਾਊਂਡ 'ਤੇ ਕਰੇਗੀ ਕਿ ਹਾਈ ਕੋਰਟ ਨੇ ਆਪਣੀ ਜੁਰਿਸਡਿਕਸ਼ਨ ਐਕਸੀਡ ਕੀਤੀ ਹੈ, ਐਂਡ ਕੋਈ ਕਾਰਨ ਸੀ ਹਾਈ ਕੋਰਟ ਨੂੰ ਇੱਦਾਂ ਕਿਸੇ ਨੂੰ ਕਲੀਨ ਚਿਟ ਦਿੰਦਾ। ਹਾਈ ਕੋਰਟ ਦਾ ਇਹ ਹੈ ਹੀ ਨਹੀਂ, ਹਾਈ ਕੋਰਟ ਨੇ ਦੋ ਹੀ ਫਾਈਂਡਿੰਗ ਦੇਣੀਆਂ ਸੀ, ਦੂਜਾ FIR ਦਰਜ ਹੋ ਸਕਦਾ ਕਿ ਨਹੀਂ ਹੋ ਸਕਦਾ, ਇਨਵੈਸਟੀਗੇਸ਼ਨ ਫੇਅਰ ਐਂਡ ਪਾਰਸ਼ਲ ਹੈ ਕਿ ਨਹੀਂ ਹੈ। ਉਹ ਕਿਤੇ ਇੰਡੀਵਿਜੂਅਲ ਅਕਿਊਜ਼ ਦੇ ਬਾਰੇ ਜਾਂ ਇੰਡੀਵਿਜੂਅਲ ਕਿਸੇ ਹੋਰ ਬੰਦੇ ਬਾਰੇ ਇੱਦਾਂ ਦੇ ਕਮੈਂਟ ਨਹੀਂ ਕਰ ਸਕਦੇ ਸੀ। ਸਪੈਸ਼ਲੀ ਤੁਸੀਂ ਇੰਪੋਰਟੈਂਟ ਫਾਰਮਰ ਚੀਫ ਮਿਨਿਸਟਰ ਨੂੰ ਕਲੀਨ ਚਿਟ ਦੇਣਾ, ਜਿਹੜਾ ਕਿ ਬੜਾ ਵੱਡਾ ਲਾਈਵ ਇਸ਼ੂ ਹੋਵੇ, ਇਸ਼ੂ ਪੰਜਾਬ ਵਿੱਚ ਹੋਵੇ, ਔਰ ਉਹ ਵੀ ਜਦੋਂ ਕਿ ਤੁਸੀਂ ਐਵੀਡੈਂਸ ਹਲੇ ਰਿਕਾਰਡ ਨਹੀਂ ਹੋਇਆ, ਤੁਸੀਂ ਸਿਰਫ
ਕੰਡਕਟ ਹੀ ਦੇਖ ਰਹੇ ਹੋ ਇਨਵੈਸਟੀਗੇਸ਼ਨ ਆਫਿਸਰ ਦਾ, ਉਹਨਾਂ ਹਾਲਾਤਾਂ ਵਿੱਚ ਇਹੋ ਜਿਹੇ ਕਮੈਂਟ ਕਰਨਾ ਵਿੱਚ ਬਹੁਤ ਸਵਾਲ ਪੈਦਾ ਹੁੰਦੇ ਆ। ਬਿਲਕੁਲ ਸਵਾਲ ਪੈਦਾ ਹੁੰਦੇ ਆ। ਔਰ ਬੈਂਸ ਸਾਹਿਬ ਇਹ ਵੀ ਗੱਲ ਹੈਗੀ ਹੈ ਨਾ ਕਿ ਜਿਸ ਤਰੀਕੇ ਦੇ ਨਾਲ ਕੱਲੇ ਗੱਲ ਦੇ ਉੱਤੇ ਉਹਨਾਂ ਨੇ ਹਰ ਇੱਕ ਦੇ ਉੱਤੇ ਟਿੱਪਣੀ ਦਿੱਤੀ ਹੈਗੀ ਹੈ, ਇਹ ਤਾਂ ਇੱਦਾਂ ਲੱਗਦਾ ਹੈਗਾ ਕਿ ਜਿਵੇਂ ਫਾਈਨਲ ਜਜਮੈਂਟ ਹੀ ਜਿਹੜੀ ਹੈਗੀ ਆ ਉਹਨਾਂ ਦੇ ਵੱਲੋਂ ਦੇ ਦਿੱਤੀ ਗਈ ਹੈ। ਸਰਟਨਲੀ ਇਸ ਲਈ ਵਾਰ-ਵਾਰ ਕਹਿੰਦੇ ਕਿ ਚਾਹੇ ਬੇਲ ਹੋਵੇ, ਚਾਹੇ ਇੱਦਾਂ ਦੀਆਂ ਪ੍ਰੋਸੀਡਿੰਗਸ ਹੋਣ ਜਿਹੜੀਆਂ 2 to 6 ਦੀਆਂ, ਜਦੋਂ ਤੁਸੀਂ ਗਿਲਟ ਔਰ ਇਨੋਸੈਂਸ ਦਾ ਫੈਸਲਾ ਨਹੀਂ ਕਰਨਾ, ਉਦੋਂ ਤੁਸੀਂ ਐਵੀਡੈਂਸ ਵਿੱਚ ਨਹੀਂ ਜਾਣਾ। ਇਹ ਬਾਰ-ਬਾਰ ਵਾਰਨਿੰਗ ਦਿੱਤੀ ਜਾਂਦੀ ਹੈ, ਜਜਮੈਂਟ ਆਫਟਰ ਜਜਮੈਂਟ, ਸਾਰਾ ਲਾਅ ਇਹ ਕਹਿੰਦਾ ਹੈ। ਉਸ ਦੇ ਬਾਵਜੂਦ ਹਾਈ ਕੋਰਟ ਕਈ ਵਾਰੀ ਗਲਤੀ ਕਰ ਜਾਂਦੀ ਹੈ। ਡੇਰਾ ਸੱਚਾ ਸੌਦਾ ਨੂੰ ਲੈ ਕੇ ਇੱਕ ਵੱਡਾ ਡੈਮੇਜ ਪੋਲੀਟੀਕਲ ਪਾਰਟੀ ਨੂੰ ਹੋਇਆ ਸੀ, ਉਹਦਾ ਕੀ ਟਿੱਪਣੀ ਜਿਹੜੀ ਹੈਗੀ? ਬਿਲਕੁਲ ਇੱਦਾਂ ਹੀ ਕੀਤੀ ਹੈ ਕਿ ਜੀ ਉਹਨੂੰ ਜਾਣ ਕੇ ਉਹ ਨਾਲ ਲਿੰਕ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ, ਬਟ ਖਰਾ ਲਿੰਕ ਹੋਵੇ ਵੀ ਕੀ ਪਤਾ ਲੱਗਦਾ। ਇਹ ਤਾਂ ਅਲਟੀਮੇਟਲੀ ਜਦੋਂ ਸਾਰਾ ਟਰਾਇਲ ਚੱਲੇਗਾ, ਸਾਰਾ ਗਵਾਹੀਆਂ ਦੇਣਗੇ, ਉਹਨਾਂ ਦੇ ਕ੍ਰਾਸ ਐਗਜ਼ਾਮੀਨੇਸ਼ਨ ਹੋਣਗੇ, ਉਹ ਸਾਰੀਆਂ ਤੁਸੀਂ ਐਂਟੀਸਪੇਟ ਕਿਵੇਂ ਕਰ ਸਕਦੇ ਹੋ? ਅਲਟੀਮੇਟਲੀ ਤੁਸੀਂ ਬਿਲਕੁਲ ਕਰੈਕਟ ਲੀਗਲ ਪ੍ਰਿੰਸੀਪਲ 'ਤੇ ਖਤਮ ਕਰ ਸਕਦੇ ਸੀ, ਹੋਰ ਕਿਸੇ ਗੱਲ 'ਤੇ ਖਤਮ ਨਹੀਂ ਕਰ ਸਕਦੇ ਸੀ। ਬਟ ਜਿਹੜਾ ਹਾਈ ਕੋਰਟ ਦੀ ਜਿਹੜੀ ਹੈ ਨਾ ਡਿਗਿੰਗ ਡੀਪ ਇਨਟੂ ਦ ਐਵੀਡੈਂਸ, ਉਹ ਨਾ ਹੀ ਐਪਰੋਪ੍ਰੀਏਟ ਹੈ ਐਂਡ ਨਾ ਹੀ ਇਹ ਲੀਗਲੀ ਕਰੈਕਟ ਹੈ। ਲੱਗਦਾ ਕਿ ਇੰਨਾ ਟਾਈਮ ਜਿਹੜੀ ਇਹ ਜਜਮੈਂਟ ਲਿਖਣ ਨੂੰ ਲਾ ਦਿੱਤਾ, ਇਹ ਕੱਲੀ ਚੀਜ਼ ਸਿਰਫ ਇੱਕ ਲਿੰਚਟ ਦੇਣ ਦੇ ਵਾਸਤੇ ਹੀ ਲਿਖੀ ਜਾ ਰਹੀ? ਨਹੀਂ, ਟਾਈਮ ਤਾਂ ਲੱਗ ਜਾਂਦਾ। ਜਦੋਂ ਤੁਸੀਂ 90 ਪੇਜ ਦੀ ਡਿਕਟੇਸ਼ਨ ਦੇਣੀ ਹੋਵੇ ਤਾਂ 10, 20, 15 ਦਿਨ ਕੋਈ ਵੱਡਾ ਟਾਈਮ ਨਹੀਂ ਹੈ। ਮੈਂ ਸਭ ਕੀ ਲੱਗਦਾ ਕਿ ਇਸ ਜਜਮੈਂਟ ਤੋਂ ਹੁਣ ਅੱਗੇ ਦੀ ਜਿਹੜੀ ਹੈਗੀ ਇਨਵੈਸਟੀਗੇਸ਼ਨ, ਉਸ ਦੇ ਉੱਤੇ ਕਿੰਨਾ ਕੁ ਅਸਰ ਪਊਗਾ? ਹਾਲਾਂਕਿ ਕਿਹਾ ਹੈ ਹਾਈ ਕੋਰਟ ਨੇ, ਮਾਨਯੋਗ ਅਦਾਲਤ ਨੇ, ਕਿ ਨਵੀਂ SIT ਦਾ ਗਠਨ ਕੀਤਾ ਜਾਵੇ, ਜਿਸ ਦੇ ਵਿੱਚ 3 ਹੀ ਅਫਸਰ ਹੋਣ, 3 ਤੋਂ ਵੱਧ ਨਾ ਹੋਣ। ਕੁੰਵਰ ਵਿਜੇ ਪ੍ਰਤਾਪ ਦੇ ਰੈਂਕ ਤੋਂ ਉੱਪਰ ਦਾ ਹੋਵੇ, ਡੈਜ਼ਿਗਨੇਸ਼ਨ ਦੇ ਤੋਂ ਉੱਪਰ ਹੋਵੇ, ਉਹ ਜਾ ਕੇ ਕੋਈ ਵੀ ਮੀਡੀਆ 'ਚ ਨਹੀਂ ਗੱਲਬਾਤ ਕਰ ਸਕਦੇ। ਸਾਰਿਆਂ ਦੀ ਜਿਹੜੀ ਹੈਗੀ ਹੈ ਸਾਈਨ ਜਿਹੜੇ ਹੈਗੇ ਨੇ ਉਹ ਹੋਣੇ ਚਾਹੀਦੇ ਹੈਗੇ ਨੇ। ਤਾਂ ਕੀ ਲੱਗਦਾ ਇਨਵੈਸਟੀਗੇਸ਼ਨ ਟਾਈਮ ਬਾਉਂਡ ਪੀਰੀਅਡ ਦੇ ਵਿੱਚ ਇਹ 6 ਮਹੀਨੇ 'ਚ ਹੋ ਜਾਊਗੀ, ਔਰ ਜਾਂ ਇਸ ਦੀ ਜਜਮੈਂਟ ਦਾ ਅਸਰ ਪਊਗਾ ਕੁਛ? ਇੱਕ ਤਾਂ ਡਿਲੇ ਹੋ ਜਾਏਗਾ, ਇਹ ਜਜਮੈਂਟ ਨੂੰ ਅਪੀਲ ਫਾਈਲ ਕਰੇਗਾ, ਕੋਈ ਨਾ ਕੋਈ ਬੰਦਾ ਜ਼ਰੂਰ ਅਪੀਲ ਫਾਈਲ ਕਰੇਗਾ, ਉਹਦੇ ਨਾਲ ਉਹ ਜਜਮੈਂਟ ਇਹ ਫਿਰ ਅਲਟੀਮੇਟਲੀ SIT ਨਹੀਂ ਬਣੇਗੀ। ਦੂਸਰਾ ਹੈ ਕਿ ਜਿਹੜੀਆਂ ਇੰਨੀਆਂ ਡਿਟੇਲ ਇੰਸਟਰਕਸ਼ਨਾਂ, ਪਤਾ ਨਹੀਂ ਉਸ ਤੋਂ ਸੀਨੀਅਰ ਕਿੰਨੇ ਕੁ ਅਫਸਰ ਹੋਣਗੇ ਤੇ ਸਾਈਨ ਕਰਨਗੇ ਨਹੀਂ ਸਾਈਨ ਕਰਨਗੇ। ਆਈ ਥਿੰਕ ਹਾਈ ਕੋਰਟ ਨੂੰ ਇੱਦਾਂ ਦੇ ਮਾਮਲਿਆਂ ਵਿੱਚ ਤਾਂ ਬਿਲਕੁਲ ਇਹਦੀ ਕੋਈ ਇੰਪੋਰਟੈਂਸ ਨਹੀਂ ਹੈ, ਬਿਲਕੁਲ ਰੂਟੀਨ ਹੈ। ਜੇ ਕੋਈ ਰਿਪੋਰਟ ਬਣਦੇ ਸਾਈਨ ਹੁੰਦੇ ਹੈ ਤੇ ਚਲਾਨ ਕੋਈ ਵੀ ਪੇਸ਼ ਕਰ ਸਕਦਾ ਹੈ। ਤੋ ਇੰਨੀਆਂ ਡਿਟੇਲ ਜਾਣ ਲਈ, ਕਹਿਣ ਲਈ, ਇਟ ਓਨਲੀ ਸ਼ੋਜ਼ ਕਿ ਹਾਈ ਕੋਰਟ ਨੇ ਜਿਹੜਾ ਜ਼ਿਆਦਾ ਬੜਾ ਉਹਨੂੰ ਇੰਪੋਰਟੈਂਸ ਦਿੱਤੀ ਹੈ ਕਿ ਚਲਾਨ ਇੱਕ ਅਫਸਰ ਨੇ ਪੇਸ਼ ਕੀਤਾ, ਉਹਦੇ 'ਚ ਕੋਈ ਤੱਤ ਨਹੀਂ ਹੈਗਾ। ਅਤੇ ਉਹਨੂੰ ਜਸਟੀਫਾਈ ਕਰਨ ਲਈ ਫਿਰ ਹਦਾਇਤਾਂ ਦੇ ਦਿੱਤੀਆਂ ਕਿ ਅਗਲੀ ਵਾਰੀ ਹਰ ਡਾਕੂਮੈਂਟ ਤਿੰਨੋਂ ਸਾਈਨ ਕਰਨਗੇ, ਕਿਉਂਕਿ ਅਲਟੀਮੇਟਲੀ ਤਾਂ ਜਿਹੜੀ ਪੁਲਿਸ ਫਾਈਲ ਹੈਗੀ ਹੈ, ਪੁਲਿਸ ਡਾਇਰੀ ਆਫ ਇਨਵੈਸਟੀਗੇਸ਼ਨ ਹੈ, ਉਹ ਇੰਪੋਰਟੈਂਟ ਹੈ। ਚਲਾਨ ਤਾਂ ਕੋਈ ਵੀ ਪੇਸ਼ ਕਰ ਸਕਦਾ। ਕੀ ਲੱਗਦਾ ਕਿ ਹੁਣ ਇਨਸਾਫ ਲੋਕਾਂ ਨੂੰ ਮਿਲੇਗਾ, ਜਾਂ ਲੱਗਦਾ ਕਿ ਇਹ ਮਾਮਲਾ ਬਸ ਹੁਣ ਲੰਘਦਾ ਹੋਏ ਅੱਗੇ ਲੰਘ ਜੂਗਾ? ਕਿਉਂਕਿ 5 ਵਾਰ ਸਿਟ ਬਣ ਚੁੱਕੀ ਹੈਗੀ ਹੈ, ਕਮਿਸ਼ਨ 2 ਵਾਰ ਬਣ ਚੁੱਕੇ ਹੈਗੇ ਨੇ। ਜਿਵੇਂ ਪਾਸਟ ਐਕਸਪੀਰੀਅੰਸਿਸ ਦੀ ਗੱਲ ਕਰੀਏ, ਕਿ ਲੱਗਦਾ ਕਿ ਇਹ ਮਾਮਲਾ ਵੀ ਹੋਰ ਕੇਸਿਸ ਵਾਂਗੂ, ਹੋਰ ਜਿਹੜੀਆਂ SITs ਬਣੀਆਂ ਸੀ ਉਹਨਾਂ ਵਾਂਗੂ ਲੰਘ ਜੂਗਾ? ਪੰਜਾਬ ਨੂੰ ਤਾਂ ਬੜਾ ਤਜਰਬਾ ਹੈ। ਇਹ ਸਟੈਂਡਰਡ ਮੋਡਸ ਆਪਰੈਂਡੀ ਹੈ ਪੋਲੀਟੀਕਲ ਸਿਸਟਮ ਦੀ, ਕਿ ਤੁਸੀਂ ਜਿਸ ਚੀਜ਼ ਨੂੰ ਨਹੀਂ ਕਨਕਲੂਜਨ 'ਤੇ ਪਹੁੰਚਾਉਣਾ, ਉੱਥੇ ਪਹਿਲਾਂ ਕਮਿਸ਼ਨ ਬਣਾਓ, ਫਿਰ ਦੂਜਾ ਕਮਿਸ਼ਨ ਬਣਾਓ, ਫਿਰ ਤੀਜਾ ਬਣਾਓ, ਚੌਥਾ ਬਣਾਓ, ਫਿਰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਓ। 84 ਦੇ ਸਾਰੇ ਕਤਲੇਆਮ ਦੇ ਕੇਸਿਸ ਇੱਦਾਂ ਹੀ ਰੁਲੇ ਆ, ਹਲੇ ਵੀ ਚੱਲ ਰਹੇ ਨੇ, ਕਿੰਨੇ ਸਾਲ ਹੋ ਗਏ। ਅਤੇ ਉਹੀ ਤਰੀਕੇ ਨਾਲ ਜਿਹੜਾ ਪੁਲਿਸ ਇਨਕਾਊਂਟਰ ਦੇ ਕੇਸ ਹੈ, ਜਿੱਥੇ ਕਿ ਪਾਵਰਫੁਲ ਬੰਦੇ ਇਨਵੋਲਵਡ ਹੈ, ਉੱਥੇ ਵੀ ਸਾਡਾ ਤਜਰਬਾ ਕਿ ਇਸ ਤਰ੍ਹਾਂ ਹੀ ਸਰਕਾਰ ਕਰਦੀ ਹੈ, ਜਾਂ ਪ੍ਰੋਸੀਕਿਊਸ਼ਨ ਏਜੰਸੀਜ਼ ਕਰਦੀਆਂ ਹੈਗੀਆਂ, ਜਾਂ ਕੋਰਟ ਵੀ ਇੱਦਾਂ ਹੀ ਕਰਦੇ ਨੇ। ਤਾਂ ਇਸ ਤਰ੍ਹਾਂ ਹੀ ਲੱਗਦਾ ਕਿ ਇਹ ਕੇਸ ਵੀ ਉਸੇ ਰਾਹ ਚੱਲ ਪਿਆ ਹੈ ਕਿ ਤੁਸੀਂ ਪਹਿਲਾਂ ਕਮਿਸ਼ਨ ਆਫਟਰ ਕਮਿਸ਼ਨ, ਫਿਰ ਇੱਕ FIR, ਫਿਰ ਦੂਜਾ FIR, ਫਿਰ ਜੇ ਕੁਛ ਲਕੂਨੇ ਛੁੱਟ ਜਾਣ ਤਾਂ ਫਿਰ ਹਾਈ ਕੋਰਟ ਉਹਨੂੰ ਕੁਆਸ਼ ਕਰ ਦੇ, ਹਾਈ ਕੋਰਟ ਦੀ ਅਪੀਲ ਸੁਪਰੀਮ ਕੋਰਟ ਜਾਏਗੀ, ਸੁਪਰੀਮ ਕੋਰਟ 4 ਸਾਲ ਲਾਏਗਾ, ਉਹਨੂੰ ਫਿਰ ਖਤਮ ਕਰ ਦੇਗਾ, ਫਿਰ ਦੁਬਾਰਾ ਟਰਾਇਲ ਸ਼ੁਰੂ ਹੋਏਗਾ। ਹਲੇ ਟਰਾਇਲ ਸ਼ੁਰੂ ਹੋਣਾ, ਤੁਸੀਂ ਸੋਚੋ ਕਿ ਟਰਾਇਲ ਨੂੰ ਕਿੰਨੀ ਦੇਰ ਲੱਗੇਗੀ। ਤਾਂ ਕਿਹੜਾ ਦਿਨ ਆਏਗਾ ਜਦੋਂ ਤੁਸੀਂ ਸਜ਼ਾ ਦਿਓਗੇ ਮੁਜਰਮਾਂ ਨੂੰ, ਜਿਹੜੇ ਕਿ ਆਲਰੇਡੀ। ਬੈਂਸ ਸਾਹਿਬ, ਜਿਸ ਤਰੀਕੇ ਦੇ ਨਾਲ ਇਹ ਮਾਮਲਾ ਜਿਹੜਾ ਹੈਗਾ, ਤੁਸੀਂ ਕਹਿ ਰਹੇ ਹੋ ਲੰਘਦਾ ਹੋਇਆ ਨਜ਼ਰ ਆਊਗਾ, ਪਾਸਟ ਐਕਸਪੀਰੀਅੰਸਿਸ ਦਾ ਤੁਸੀਂ ਜ਼ਿਕਰ ਕੀਤਾ ਹੈਗਾ, ਪੰਜਾਬ ਸਰਕਾਰ ਦੀ ਕਿਵੇਂ ਦੀ ਭੂਮਿਕਾ ਦੇਖਦੇ ਹੋ? ਪੰਜਾਬ ਸਰਕਾਰ ਨੂੰ ਕੀ ਨਵੀਂ SIT ਬਣਾਉਣੀ ਚਾਹੀਦੀ ਹੈ, ਜਾਂ ਫਿਰ ਸੁਪਰੀਮ ਕੋਰਟ ਦੇ ਵਿੱਚ ਇਸ ਨੂੰ ਚੈਲੰਜ ਕਰਨਾ ਚਾਹੀਦਾ? ਚੈਲੰਜ ਵੀ ਕਰ ਦੇਣਾ ਚਾਹੀਦਾ, ਪਲੱਸ SIT ਬਣਾ ਦੇਣੀ ਚਾਹੀਦੀ ਹੈ, ਤਾਂ ਕਿ ਦੋਨੋਂ ਡਿਲੇ ਨਾ ਹੋਏ। ਜੇ ਸੁਪਰੀਮ ਕੋਰਟ ਐਗਰੀ ਕਰਦਾ ਤਾਂ ਠੀਕ ਹੈ, ਪੁਰਾਣਾ ਚਲਾਨ ਚੱਲ ਪਏਗਾ। ਜੇ ਨਹੀਂ ਐਗਰੀ ਕਰਦਾ ਅਤੇ ਘੱਟੋ ਘੱਟ SIT ਟਾਈਮ ਨਾ ਵੇਸਟ ਕਰੇ, 6 ਮਹੀਨੇ ਦੁਬਾਰਾ ਪ੍ਰੈਜ਼ੈਂਟ ਚਲਾਨ ਕਰ ਦਿਓ। ਮੇਰੇ ਹਿਸਾਬ ਨਾਲ ਸਰਕਾਰ ਨੂੰ ਇਸ ਤਰ੍ਹਾਂ ਜਾਣਾ ਚਾਹੀਦਾ। ਅਪੀਲ ਤਾਂ ਕਰੋ ਕਿ ਜਿਹੜੀਆਂ ਫਾਈਂਡਿੰਗ ਹੈ, ਕਿਉਂਕਿ ਉਹ ਜਦ ਤੱਕ ਫਾਈਂਡਿੰਗ ਹੈ ਉਦ ਤੱਕ ਤੁਸੀਂ ਪ੍ਰਕਾਸ਼ ਸਿੰਘ ਬਾਦਲ ਆ ਵੱਡੇ ਅਫਸਰਾਂ ਨੂੰ ਨਹੀਂ ਇਹਦੇ 'ਚ ਇਨਵੈਸਟੀਗੇਸ਼ਨ ਲਿਆ ਸਕਦੇ। ਇਸ ਕਰਕੇ ਉਹਨਾਂ ਨੂੰ SIT ਤਾਂ ਬਣਾ ਦੇਣੀ ਚਾਹੀਦੀ। ਨਾਲ ਦੇ ਨਾਲ ਇਹ ਫਾਈਂਡਿੰਗ ਵੀ ਚੈਲੰਜ ਕਰਨੀ ਚਾਹੀਦੀ ਸੁਪਰੀਮ ਕੋਰਟ ਵਿੱਚ, ਤਾਂ ਕਿ ਉਹ ਫਾਈਂਡਿੰਗਸ ਖਤਮ ਹੋਣ ਤਾਂ SIT ਨੂੰ ਜਿਹੜੀ ਨਹੀਂ ਉਹਨਾਂ ਨੂੰ ਆਜ਼ਾਦੀ ਮਿਲ ਸਕੇ। ਤਾਂ ਜੇ ਸੁਪਰੀਮ ਕੋਰਟ ਪੂਰੀ ਗੱਲ ਮੰਨ ਜਾਂਦਾ, ਫਿਰ ਤਾਂ ਉਹੀ ਚਲਾਨ ਜਿਹੜਾ ਪਾਇਆ ਉਹੀ ਚੱਲ ਪਏਗਾ।
ਤਾਂ ਜਿਸ ਤਰੀਕੇ ਨਾਲ ਇਹ ਇਲਜ਼ਾਮ ਵੀ ਹੁਣ ਲੱਗਣੇ ਸ਼ੁਰੂ ਹੋ ਚੁੱਕੇ ਨੇ ਕੁੰਵਰ ਵਿਜੇ ਪ੍ਰਤਾਪ ਦੇ ਉੱਤੇ ਕਿ ਪੋਲੀਟੀਕਲ ਵੈਂਡੇਟਾ ਦੇ ਤਹਿਤ ਜਿਹੜੀ ਹੈਗੀ ਆ ਇਨਵੈਸਟੀਗੇਸ਼ਨ ਕੀਤੀ ਹੈ ਜਾਂ ਇਹਨਾਂ ਦਾ ਕੁਝ ਹੋਰ ਇੱਛਾਵਾਂ ਜਿਹੜੀਆਂ ਸੀਗੀਆਂ ਉਹ ਰਾਜਨੀਤੀ ਦੇ ਵਿੱਚ ਹੁਣ ਆਉਣ ਵਾਲੀਆਂ ਹੈਗੀਆਂ ਨੇ ਪੋਲੀਟੀਕਲ ਐਂਬੀਸ਼ਨ ਪੋਲੀਟੀਕਲ ਐਂਬੀਸ਼ਨ ਜ਼ਿਆਦਾ ਲੱਗਦੇ ਆ ਇਹਦੇ ਵਿੱਚ ਖਰਾ ਇਹ ਤਾਂ ਦੇਖੋ ਸਪੈਕੂਲੇਸ਼ਨ ਹੈ ਜਿਹਨੂੰ ਮਰਜ਼ੀ ਕਹਿ ਦਿਓ ਪੋਲੀਟੀਕਲ ਐਂਬੀਸ਼ਨ ਕੋਈ ਕ੍ਰਾਈਮ ਨਹੀਂ ਹੈਗਾ ਤੁਹਾਡੇ ਹੋ ਸਕਦੇ ਲੈਜੀਟੀਮੇਟ ਪੋਲੀਟੀਕਲ ਐਂਬੀਸ਼ਨ ਹੋ ਸਕਦੇ ਨੇ ਬਟ ਜੇ ਤੁਸੀਂ ਪੋਲੀਟੀਕਲ ਐਂਬੀਸ਼ਨ ਦੀ ਜਿਹੜੀ ਨੀਂਵ ਹੈ ਇਹ ਸਾਰਿਆਂ ਨੂੰ ਬਲੇਮ ਕਰਕੇ ਰੱਖੋ ਤਾਂ ਫਿਰ ਸਾਨੂੰ ਓਬਜੈਕਸ਼ਨ ਹੈ ਤੁਸੀਂ ਪੋਲੀਟੀਕਲ ਨੀਂਵ ਰੱਖੀ ਹੈ ਜੱਜ ਨੂੰ ਬਲੇਮ ਕਰਕੇ ਹਾਈ ਕੋਰਟ ਨੂੰ ਬਲੇਮ ਕਰਕੇ ਇਹ ਐਡਵੋਕੇਟ ਜਨਰਲ ਨੂੰ ਬਲੇਮ ਕਰਕੇ ਆਪਣੇ ਲਾਇਰਸ ਨੂੰ ਬਲੇਮ ਕਰਕੇ ਕੰਪਲੇਨੈਂਟ ਲਾਇਰਸ ਨੂੰ ਬਲੇਮ ਕਰਕੇ ਉਹਨਾਂ ਲਾਇਰਸ ਨੂੰ ਬਲੇਮ ਕਰਕੇ ਜਿਹੜੇ ਕਿ ਕੇਸ ਵਿੱਚ ਹੈ ਹੀ ਨਹੀਂ ਤੁਹਾਡਾ ਵੀ ਜ਼ਿਕਰ ਕਰ ਦਿੱਤਾ ਉਹਨਾਂ ਨੇ ਇਸ ਕਰਕੇ ਤੁਹਾਨੂੰ ਲੱਗਦਾ ਕਿ ਜੇ ਤੁਸੀਂ ਨੀਂਹ ਵੀ ਰੱਖਣੀ ਹੈ ਤੁਹਾਡਾ ਕੋਈ ਹੋਰ ਇਸ਼ੂ ਹੈ ਤੁਸੀਂ ਕਰੋ ਮਗਰ ਤੁਸੀਂ ਇਸ ਤਰੀਕੇ ਨਾਲ ਤਾਂ ਨਾ ਕਰੋ ਤੁਸੀਂ ਬੜੇ ਲੀਗਲ ਪ੍ਰਿੰਸੀਪਲ ਦੇ ਜਜਮੈਂਟ ਨੂੰ ਕਹਿ ਸਕਦੇ ਕਿ ਜਜਮੈਂਟ ਗਲਤ ਹੈਗੀ ਹੈ ਲੀਗਲ ਪ੍ਰਿੰਸੀਪਲ ਦੇ ਚੈਲੰਜ ਵੀ ਕਰ ਸਕਦੇ ਸੀ ਉਹ ਤਾਂ ਕੋਈ ਕਹਿੰਦਾ ਨਹੀਂ ਜੋ ਤੁਸੀਂ ਐਵੀਡੈਂਸ ਇਕੱਠਾ ਹਮੇਸ਼ਾ ਕੋਰਟ ਕੋਲ ਰਹੇਗਾ ਐਵੀਡੈਂਸ ਤਾਂ ਨਵੀਂ ਇਨਵੈਸਟੀਗੇਸ਼ਨ ਟੀਮ ਵੀ ਉਹੀ ਇਕੱਠਾ ਕਰੇਗੀ ਐਵੀਡੈਂਸ ਤਾਂ ਐਵੀਡੈਂਸ ਹੀ ਹੁੰਦਾ ਇਹ ਤਾਂ ਹੈ ਨਹੀਂ ਕਿ ਐਵੀਡੈਂਸ ਬਦਲ ਜਾਏਗਾ ਸੋ ਉਹ ਕੋਰਟ ਨੇ ਕੋਈ ਐਫ.ਆਈ.ਆਰ ਖਤਮ ਨਹੀਂ ਕੀਤਾ ਸੋ ਸਿਰਫ ਥੋੜ੍ਹਾ ਜਿਹਾ ਡਿਲੇ ਹੀ ਹੋਇਆ ਸੋ ਇੰਨਾ ਵੀ ਜਿਸ ਤਰ੍ਹਾਂ ਉਹ ਕਹਿ ਰਹੇ ਸੀ ਖਰਿਆ ਪੂਰਾ ਕੇਸ ਹੀ ਖਤਮ ਹੋ ਜਾਏਗਾ ਹੁਣ ਸਜ਼ਾ ਨਹੀਂ ਹੋਏਗੀ ਇਹ ਹੋ ਜਾਏਗਾ ਉਹ ਹੋ ਜਾਏਗਾ ਉਸ ਤੋਂ ਹੀ ਲੱਗਦਾ ਸੀ ਕਿ ਆਰਡੀਨਰਲੀ ਤੁਸੀਂ ਡਿਟੈਚ ਹੁੰਦੇ ਹੋ ਕੇਸ ਤੋਂ ਲਾਈਕ ਜਿੱਦਾਂ ਜੱਜ ਡਿਟੈਚ ਹੁੰਦਾ ਤੁਹਾਨੂੰ ਕੀ ਫਰਕ ਪੈਂਦਾ ਤੁਸੀਂ ਆਪਣੀ ਬੈਸਟ ਐਫਰਟ ਕੀਤੀ ਹੁਣ ਕੋਰਟ ਨੂੰ ਲੱਗਾ ਐਕਸੈਪਟ ਕੀਤਾ ਨਹੀਂ ਕੀਤਾ ਸਜ਼ਾ ਦਿੱਤੀ ਨਾ ਦਿੱਤੀ ਉਹਦਾ ਕੀ ਫਰਕ ਪੈਂਦਾ ਬਟ ਜਿਸ ਤਰ੍ਹਾਂ ਤੁਸੀਂ ਇਸ ਇਨਵੈਸਟੀਗੇਸ਼ਨ ਦੀ ਪੋਸਟ ਨੂੰ ਯੂਜ਼ ਕਰਨ ਲਈ ਪੋਪੂਲਰਾਈਜੇਸ਼ਨ ਕਰਨ ਲਈ ਲੋਕਾਂ ਨੂੰ ਬਲੇਮ ਕਰਕੇ ਆਪਣਾ ਕੱਦ ਉੱਚਾ ਕਰਨ ਲਈ ਤੁਸੀਂ ਆਪ ਆਪਣੇ ਕੰਮ ਦੇ ਬੇਸ 'ਤੇ ਉੱਚੇ ਹੁੰਦੇ ਤਾਂ ਥੋੜ੍ਹਾ ਸਮਝ ਆਉਂਦੀ ਹੈ ਤੁਸੀਂ ਸਭ ਨੂੰ ਬਲੇਮ ਕਰਕੇ ਜੇ ਆਪਣਾ ਇੱਕ ਪੋਜੀਸ਼ਨ ਬਣਾ ਰਹੇ ਹੋ ਤਾਂ ਫਿਰ ਉਹ ਬੜੀ ਮੈਨੂੰ ਤਾਂ ਕੋਈ ਠੀਕ ਨਹੀਂ ਲੱਗਦੀ ਉਹ ਬਲੇਮ ਗੇਮ ਜਿਹੜੀ ਹੈਗੀ ਹੈ ਉਹ ਫੁਲਕਾ ਸਾਹਿਬ ਦੇ ਉੱਤੇ ਵੀ ਹੋਈ ਤੁਹਾਡਾ ਵੀ ਜ਼ਿਕਰ ਆਇਆ ਤਾਂ ਕੀ ਉਹ ਮਾਮਲਾ ਸੀ ਕਿ ਤੁਹਾਡੇ ਨਾਲ ਕਦੀ ਗੱਲਬਾਤ ਹੋਈ ਸੀ ਕੇਸ ਦੇ ਰਿਲੇਟਡ ਜਾਂ ਫੁਲਕਾ ਸਾਹਿਬ ਉਹਨਾਂ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੋਵੇ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਤਾਂ ਕੋਈ ਟੈਲੀਫੋਨ ਤੱਕ ਨਹੀਂ ਮੇਰੇ ਕੋਲ ਆਇਆ ਨਾ ਹੀ ਕਦੇ ਮਿਲੇ ਅਸੀਂ ਵੈਸੇ ਸਾਡਾ ਕੋਈ ਲੈਣਾ ਨਹੀਂ ਸੰਪਰਕ ਹੈਗਾ ਸਿਰਫ ਉਹਨਾਂ ਨੇ ਵੀ ਨਹੀਂ ਮੇਰੇ ਨਾਲ ਉਹਨਾਂ ਦਾ ਵੀ ਕੋਈ ਖਾਸ ਸੰਪਰਕ ਨਹੀਂ ਹੈ ਇੰਨਾ ਹੀ ਪੁੱਛਿਆ ਸੀ ਕਿ ਤੁਸੀਂ ਕੇਸ ਕਰ ਰਹੇ ਹੋ ਮੈਂ ਕਿਹਾ ਹਾਂ ਕਰ ਰਿਹਾ ਅਤੇ ਉਸ ਤੋਂ ਇਲਾਵਾ ਤਾਂ ਕੋਈ ਉਹਨਾਂ ਨੇ ਨਹੀਂ ਕਿਹਾ ਕਿ ਤੁਸੀਂ ਕਰੋ ਜਾਂ ਨਾ ਕਰੋ ਉਹਨਾਂ ਨੇ ਇਸ ਵੇਲੇ ਕੁਛ ਵੀ ਨਹੀਂ ਕਿਹਾ ਰੂਟੀਨ ਦੇ ਵਿੱਚ ਕਿਤੇ ਕਿਤੇ ਗੱਲ ਹੁੰਦੀ ਰਹਿੰਦੀ ਫੁਲਕਾ ਸਾਹਿਬ ਦੇ ਕੋਈ ਹੋਰ ਕੇਸ ਵਿੱਚ ਕੋਈ ਇੱਦਾਂ ਦੇ ਬਾਰੇ ਬਟ ਇਸ ਕੇਸ ਵਿੱਚ ਪਰਟੀਕੂਲਰਲੀ ਮੈਨੂੰ ਤਾਂ ਕੋਈ ਯਾਦ ਨਹੀਂ ਕਿ ਮੈਨੂੰ ਕੋਈ ਖਾਸ ਇੰਸਟਰਕਸ਼ਨਾਂ ਦਿੱਤੀਆਂ ਹੋਣ ਜਾਂ ਕਿਹਾ ਹੋਵੇ ਕਿ ਤੁਸੀਂ ਕੋਰਟ ਵਿੱਚ ਇਹਨੂੰ ਮਿਲੋ ਜਾਂ ਉਹ ਤੁਹਾਨੂੰ ਸੰਪਰਕ ਕਰਨਗੇ ਜਾਂ ਤੁਸੀਂ ਇਹ ਕੰਪਲੇਂਟ ਦਾ ਕੇਸ ਕਰੋ ਕੰਪਲੇਂਟ ਦਾ ਕੇਸ ਪਹਿਲਾਂ ਵੀ ਵਿਕਟਮ ਦਾ ਕੇਸ ਮੈਂ ਕਰ ਹੀ ਰਿਹਾ ਸੀ ਸੋ ਉਸ ਰੂਟੀਨ ਦੇ ਵਿੱਚ ਇਹ ਵੀ ਵਿਕਟਮ ਆ ਗਿਆ ਅਤੇ ਅਸੀਂ ਉਹ ਵੀ ਕੇਸ ਕਰਤਾ ਔਰ ਵਿਕਟਮ ਨੂੰ ਜੋ ਕੰਪਨਸੇਸ਼ਨ ਪਾਰਟ ਸਾਰੀਆਂ ਮਿਲ ਗਈਆਂ ਸੀ ਨੌਕਰੀਆਂ ਮਿਲ ਗਈਆਂ ਸੀ ਸੋ ਸਾਡਾ ਸਬਸਟੈਂਟਿਵ ਪਾਰਟ ਤਾਂ ਕੰਪਲਾਈ ਹੋ ਗਿਆ ਸੀ ਫੇਅਰ ਇਨਵੈਸਟੀਗੇਸ਼ਨ ਚਾਹੁੰਦੇ ਸੀ ਸੋ ਜਿਹੜੇ ਫੇਅਰ ਇਨਵੈਸਟੀਗੇਸ਼ਨ ਰਾਦਰ ਅਸੀਂ ਫਾਸਟਰ ਟਰਾਇਲ ਚਾਹੁੰਦੇ ਸੀ ਉਸ ਨਾਲ ਸਾਨੂੰ ਦੁੱਖ ਹੈ ਕਿ ਥੋੜ੍ਹਾ ਡਿਲੇ ਹੋ ਗਿਆ ਇਸ ਜਜਮੈਂਟ ਕਰਕੇ ਮੈਂ ਸਾਹਿਬ ਜਿਸ ਤਰੀਕੇ ਦੇ ਨਾਲ ਕੁੰਵਰ ਵਿਜੇ ਪ੍ਰਤਾਪ ਨੇ ਇਹ ਵੀ ਜ਼ਿਕਰ ਕੀਤਾ ਸੀ ਕਿ ਮੈਨੂੰ ਮੌਕਾ ਨਹੀਂ ਦਿੱਤਾ ਮੈਂ ਵਕੀਲਾਂ ਦੇ ਕੋਲ ਜਾਂਦਾ ਸੀ ਮੇਰੇ ਤੋਂ ਤਸ਼ੱਦਦ ਕਰਦੇ ਸੀਗੇ ਮਹਿੰਗੇ ਵਕੀਲ ਸੀ ਕਹਿੰਦੇ ਉੱਥੇ ਜਾ ਕੇ ਮੈਨੂੰ ਉਹਨਾਂ ਦੇ ਦਫ਼ਤਰਾਂ ਦੇ ਬਾਹਰ ਖੜਾ ਹੋਣਾ ਪੈਂਦਾ ਸੀ ਜਿਵੇਂ ਕੋਈ ਚਪੜਾਸੀ ਹੋਵਾਂ ਕਹਿੰਦੇ ਇੱਥੇ ਆ ਕੇ ਉਹਨਾਂ ਦੇ ਹੋਟਲਾਂ ਦੇ ਖਰਚੇ ਨਹੀਂ ਮੁੱਕਦੇ ਸੀਗੇ ਮੈਰੀਅਟ ਦੇ ਵਿੱਚ ਜਾਂ ਤਾਜ ਦੇ ਵਿੱਚ ਰਹਿਣ ਨੂੰ ਜਿਹੜੀ ਸੀਗੀ ਉਹ ਨਖਰੇ ਦਿਖਾਉਣ ਲੱਗ ਜਾਂਦੇ ਸੀਗੇ ਕੀ ਵਾਕਈ ਹੀ ਇਹਦੇ ਵਿੱਚ ਵਕੀਲਾਂ ਦੀ ਕੋਈ ਕਮੀ ਰਹੀ ਹੈਗੀ ਹੈ ਜਾਂ ਜਿਵੇਂ ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਮੈਨੂੰ ਮੌਕਾ ਦੇ ਦਿੰਦੇ ਇੱਕ ਵਾਰੀ ਮੈਂ ਪੇਸ਼ ਹੋ ਜਾਂਦਾ ਤਾਂ ਮੈਂ ਸਭ ਕੁਝ ਸਹੀ ਕਰ ਸਕਦਾ ਸੀ ਤੁਸੀਂ ਬਾਈ ਨੇਮ ਪਾਰਟੀ ਹੋ ਤੁਸੀਂ ਕਹਿ ਸਕਦੇ ਕਿ ਮੈਂ ਵਕੀਲ ਠੀਕ ਨਹੀਂ ਕਰ ਰਿਹਾ ਮੈਨੂੰ ਦਿਓ ਮੌਕਾ ਇਹ ਇੱਕ ਉਹਨਾਂ ਨੇ ਕਿਹਾ ਨਹੀਂ ਕੋਰਟ ਨੂੰ ਦੂਸਰੀ ਗੱਲ ਹੈ ਕਿ ਜਿਹੜੇ ਹੋਟਲਾਂ ਦੇ ਬਾਅਦ ਤੁਸੀਂ ਉਹ ਤਾਂ ਸੈਂਕਸ਼ਨ ਕਰਵਾਉਂਦੇ ਸੀ ਸਾਰੇ ਬਿਲਸ ਤੁਸੀਂ ਉਹ ਸਿਲੈਕਟ ਕੀਤੀ ਟੀਮ ਨੂੰ ਤੁਸੀਂ ਜੋ ਟਾਈਮ ਰਹਿੰਦਾ ਸੀ ਉਦੋਂ ਬਦਲ ਦਿੰਦੇ ਟੀਮ ਨੂੰ ਕਿਉਂਕਿ ਮੈਨੂੰ ਵੀ ਪਸੰਦ ਨਹੀਂ ਆਇਆ ਕਿ ਇੱਕ ਪਬਲਿਕ ਮਨੀ ਇਸ ਤਰ੍ਹਾਂ ਰਾਜੇ ਮਹਾਰਾਜਾ ਵਾਂਗਰ ਤੁਸੀਂ ਵੇਸਟ ਕਰੋ ਚੰਡੀਗੜ੍ਹ ਵਿੱਚ ਇੰਨਾ ਲੀਗਲ ਸੈਂਟਰ ਹੈ ਇੰਨੇ ਐਮੀਨੈਂਟ ਲਾਇਰਸ ਉੱਤੇ ਹੈਗੇ ਬੈਸਟ ਆਫ ਲਾਇਰਸ ਉਹਨਾਂ ਦਾ ਵੀ ਤਾਂ ਚੰਡੀਗੜ੍ਹ ਦਾ ਵਕੀਲ ਸੀ ਚੀਮਾ ਸਾਹਿਬ ਬਾਕੀ ਸਾਹਿਬ ਜੋ ਉਹ ਇੰਨੇ ਚੰਗੇ ਸੀ ਉਹਨਾਂ ਦਾ ਕੇਸ ਕਰ ਸਕਦਾ ਤੁਹਾਨੂੰ ਡਿਫੈਂਡ ਕਰਨ ਲਈ ਤੁਹਾਨੂੰ ਕੋਈ ਲਾਇਰ ਨਹੀਂ ਮਿਲਿਆ ਇਸ ਤੋਂ ਇਹ ਤਾਂ ਮੈਂ ਇੱਕੋ ਹੀ ਚੀਜ਼ ਮੈਂ ਉਹਨਾਂ ਨਾਲ ਐਗਰੀ ਕਰਦਾ ਕਿ ਜਿਹੜੀ ਟੀਮ ਤੁਸੀਂ ਬਣਾਈ ਹੈ ਜਾਂ ਸਰਕਾਰ ਨੇ ਬਣਾਈ ਹੈ ਜਾਂ ਇਹਨਾਂ ਨੇ ਆਪ ਬਣਾਈ ਹੈ ਜਾਂ ਏਜੀ ਨੇ ਬਣਾਈ ਹੈ ਉਹਦੀ ਕੋਈ ਲੋੜ ਨਹੀਂ ਸੀ ਮਗਰ ਤੁਸੀਂ ਬਣਾਈ ਹੈ ਤੁਸੀਂ ਉਸ ਵੇਲੇ ਆਬਜੈਕਟ ਕਰਦੇ ਜਦੋਂ ਟੀਮ ਬਣੀ ਸੀ ਤੁਸੀਂ ਬਾਅਦ 'ਚ ਬਦਲ ਸਕਦੇ ਸੀ ਤੁਸੀਂ ਆਪਣਾ ਵਕੀਲ ਨया ਕਰ ਸਕਦੇ ਸੀ ਕੁਛ ਕਰ ਸਕਦੇ ਤੁਸੀਂ ਕਿਸੇ ਕੋਲ ਵੀ ਆ ਸਕਦੇ ਸੀ ਪਰ ਤੁਸੀਂ ਜਦੋਂ ਕੁਛ ਨਹੀਂ ਕੀਤਾ ਹੁਣ ਇਹ ਕਹਿਣਾ ਕਿ ਮੈਨੂੰ ਚਪੜਾਸੀ ਬਣਾਇਆ ਇਹਦੇ 'ਚ ਹੁਣ ਕੀ ਤੱਤ ਹੈ ਦੱਸੋ ਤਾਂ ਕੀ ਇਹ ਕੁੰਵਰ ਵਿਜੇ ਪ੍ਰਤਾਪ ਨੂੰ ਵੀ ਪਤਾ ਚੱਲ ਚੁੱਕਿਆ ਸੀ ਕਿ ਜਿਹੜੀ ਜੀ ਮੈਂ ਜਾਂਚ ਕਰ ਰਿਹਾ ਹੈਗਾ ਇੱਕ ਕੁਐਸ਼ ਹੀ ਹੋਣੀ ਹੈਗੀ ਹੈ ਇਹ ਖਾਰਜ ਹੀ ਹੋਣੀ ਹੈਗੀ ਹੈ ਤਾਂ ਹੀ ਉਹਨਾਂ ਨੇ ਪਹਿਲਾਂ ਹੀ ਅਸਤੀਫਾ ਵੀ ਦੇ ਦਿੱਤਾ
ਨਹੀਂ, ਉਹ ਤਾਂ ਚਲੋ ਸ਼ਾਰਟ ਆਰਡਰ ਤੋਂ ਉਹਨਾਂ ਨੂੰ ਪਤਾ ਲੱਗ ਗਿਆ ਸੀ ਨਾ ਕਿ ਉਹਨਾਂ ਦੀ ਜਾਂਚ ਤਾਂ ਐਕਸੈਪਟ ਨਹੀਂ ਕੀਤੀ ਕੋਰਟ ਨੇ। ਬਹਿਸ ਤੋਂ ਇੰਨਾ ਤਾਂ ਅੰਦਾਜ਼ਾ ਲੱਗ ਹੀ ਜਾਂਦਾ ਹੁੰਦਾ ਨਾ ਕਿ ਜੱਜ ਕਿਸ ਹਿਸਾਬ ਨਾਲ ਸਵਾਲ ਪੁੱਛਦਾ ਹੈਗਾ। ਤਾਂ ਉਹਨਾਂ ਨੂੰ ਕਾਫੀ ਕਲੀਅਰ ਹੋ ਗਿਆ ਸੀ ਕਿ ਜਿਹੜਾ ਉਹਨਾਂ ਦਾ ਕੰਡਕਟ ਹੈ ਬੇਸਿਕਲੀ ਉਸ 'ਤੇ ਬਹਿਸ ਹੋਈ ਹੈ, ਅਤੇ ਉਹ ਬਾਰੇ ਕਿਉਂਕਿ ਕੋਈ ਅਲਟੀਮੇਟਲੀ ਰਿਕਾਰਡ ਦੀ ਗੱਲ ਸੀ। ਜੇ ਇਲੈਕਸ਼ਨ ਕਮਿਸ਼ਨ ਨੇ ਉਹਨਾਂ ਨੂੰ ਚਿੱਠੀ ਲਿਖੀ ਸੀ ਤਾਂ ਉਹ ਵੀ ਰਿਕਾਰਡ ਦੀ ਗੱਲ ਸੀ। ਜੇ ਉਹਨਾਂ ਨੇ ਕੋਈ ਪਬਲਿਕ ਕਾਨਫਰੰਸ ਕੀਤੀ ਸੀ ਅਗੇਂਸਟ ਬਾਦਲ, ਉਹ ਵੀ ਪਾਰਟ ਆਫ ਦਾ ਰੈਕਾਰਡ ਸੀ। ਉਹਦੇ 'ਚ ਕੋਈ ਵੀ ਵਕੀਲ ਬਹਿਸ ਕੀ ਕਰਨੀ ਸੀ। ਅਸੀਂ ਤਾਂ ਕਾਨੂੰਨੀ ਬਹਿਸ ਕਰ ਸਕਦੇ ਜੋ ਕੀਤੀ ਕਿ ਦੂਜਾ FIR ਦਰਜ ਹੋ ਸਕਦਾ, ਤੁਸੀਂ ਇੰਟਰਫੇਅਰ ਨਹੀਂ ਕਰ ਸਕਦੇ। ਆਲਰੇਡੀ ਜਜਮੈਂਟਸ ਹੈਗੀਆਂ। ਉਹ ਕਾਨੂੰਨੀ ਬਹਿਸ ਜੱਜ ਸਾਹਿਬ ਨੇ ਨਹੀਂ ਮੰਨੀ, ਉਹ ਹੋਰ ਗੱਲ ਹੈ। ਮਗਰ ਜਿਹੜੇ ਮੈਟਰ ਆਫ ਰਿਕਾਰਡ ਹੈ, ਜਿਹੜਾ ਰਿਕਾਰਡ ਦੇ ਵਿੱਚ ਪ੍ਰਾਇਮਰਲੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕ੍ਰੀਏਟ ਕੀਤਾ ਹੈ, ਉਸ ਰਿਕਾਰਡ ਵਿੱਚ ਜਿਹੜੀਆਂ ਖਾਮੀਆਂ ਰਹਿ ਗਈਆਂ ਉਹਦੀ ਰਿਸਪੌਂਸਿਬਿਲਟੀ ਨਾ ਤਾਂ ਕਿਸੇ ਵਕੀਲ ਦੀ ਹੈ ਨਾ ਜੱਜ ਦੀ ਹੈ। ਉਹਦੀ ਰਿਸਪੌਂਸਿਬਿਲਟੀ ਤਾਂ ਉਹਦੀ ਹੋਈ ਹੈ ਜਿਹਨੇ ਰਿਕਾਰਡ ਬਣਾਇਆ। ਤਾਂ ਕੀ ਐਂਡ ਦੇ ਵਿੱਚ ਮੈਂ ਜੇ ਇਹਨੂੰ ਸਮ ਅਪ ਕਰਾਂ ਤਾਂ ਤੁਹਾਡਾ ਕੀ ਲੱਗਦਾ ਹੈਗਾ ਜੋ ਟਿੱਪਣੀ ਕੋਰਟ ਨੇ ਕੀਤੀ ਹੈਗੀ ਹੈ ਕਿ ਇਹ ਬਦਨੀਤੀ ਦੇ ਨਾਲ ਹੋਈ ਹੈ ਜਾਂਚ, ਕੀ ਲੱਗਦਾ ਕਿ ਕਮੀਆਂ ਰਹੀਆਂ ਨੇ ਇਸ ਜਾਂਚ ਦੇ ਵਿੱਚ ਫੈਕਟਸ ਨਹੀਂ ਸੀਗੇ, ਇਸ ਜਾਂਚ ਨੂੰ ਹੋਰ ਜਿਹੜਾ ਸੀਗਾ ਬਿਹਤਰ ਕੀਤਾ ਜਾ ਸਕਦਾ ਸੀਗਾ, ਕਿ ਇਹ ਜਾਂਚ ਠੀਕ ਸੀਗੀ, ਕੋਰਟ ਨੇ ਫੈਸਲਾ ਗਲਤ ਸੁਣਾਇਆ? ਨਹੀਂ, ਜਾਂਚ ਜੇ ਤੁਸੀਂ ਬਿਲਕੁਲ ਪ੍ਰੋਫੈਸ਼ਨਲ ਡਿਟੈਚ ਤਰੀਕੇ ਨਾਲ ਕਰਦੇ ਤਾਂ ਕਦੀ ਕੋਰਟ ਕੋਈ ਇੰਟਰਫੇਅਰ ਨਹੀਂ ਕਰਦਾ। ਜੇ ਤੁਸੀਂ ਤੁਸੀਂ ਉਹਨਾਂ ਨੂੰ ਦੇਖੋ, ਪ੍ਰੈਸ ਕਾਨਫਰੰਸ ਕਰਨ ਦੀ ਕੀ ਲੋੜ ਹੈ ਇੱਕ ਇਨਵੈਸਟੀਗੇਟਿੰਗ ਆਫਿਸਰ ਨੂੰ? ਇਹ ਤਾਂ ਜਿੱਦਾਂ ਜੱਜ ਪ੍ਰੈਸ ਕਾਨਫਰੰਸ ਕਰਦੇ, ਇੰਨੀ ਵੱਡੀ ਗਲਤੀ ਹੈ। ਫਿਰ ਇਲੈਕਸ਼ਨ ਕਮਿਸ਼ਨ ਨੋਟਿਸ ਵਿੱਚ ਆ ਗਿਆ। ਕਿੱਡੀ ਵੱਡੀ ਗੱਲ ਹੈ ਕਿ ਤੁਸੀਂ ਉਸ ਵੇਲੇ ਕਰੋ ਜਦੋਂ ਪੂਰੀ ਪਾਪੂਲੇਸ਼ਨ ਐਨਰਜਾਈਜ਼ਡ ਹੈ, ਵਾਚ ਕਰ ਰਹੇ ਹੈ, ਔਰ ਉਸ ਕੇਸ 'ਤੇ ਜਿੱਥੇ ਸਾਰੇ ਪਾਪੂਲੇਸ਼ਨ ਨੂੰ ਇਲੈਕਟਰਲ ਫਾਇਦਾ ਜਾਂ ਨੁਕਸਾਨ ਹੋ ਸਕਦਾ। ਦੈਟ ਮੀਨਸ ਤੁਹਾਡਾ ਕਿੰਨਾ ਪੋਲੀਟੀਕਲ ਮੋਟਿਵ ਸੀ। ਤੁਸੀਂ ਇੱਕ ਐਡੇ ਵੱਡੇ ਇਨਵੈਸਟੀਗੇਸ਼ਨ ਦੀ ਜਿਹੜੀ ਪੂਰੀ ਉਹਦੀ ਕ੍ਰੈਡੀਬਿਲਿਟੀ ਦਾਅ 'ਤੇ ਲਗਾਤੀ ਕੁਛ ਪੋਲੀਟੀਕਲ ਬੈਨੀਫਿਟ ਦੇਣ ਲਈ ਪ੍ਰੈਜ਼ੈਂਟ ਸਰਕਾਰ ਨੂੰ, ਸਪਸ਼ਟ ਹੀ ਹੁੰਦਾ। ਅਤੇ ਕੋਰਟ ਨੇ ਵਾਕਈ ਨੋਟਿਸ ਕੀਤਾ, ਕਿਉਂ ਨਹੀਂ ਕਰੇਗੀ? ਤਾਂ ਅਲਟੀਮੇਟਲੀ ਜੇ ਕੋਈ ਕੁਐਸਚਨ ਕਰ ਰਿਹਾ ਕਿ ਤੁਹਾਡੀ ਇਮਾਨਦਾਰੀ ਨਾਲ ਤੁਸੀਂ ਜਾਂਚ ਨਹੀਂ ਕੀਤੀ, ਇਹ ਸਰਕਮਸਟੈਂਸ ਵਾਕਿਆ ਹੀ ਕੋਰਟ ਨੇ ਲੈ ਸਕਦਾ ਹੈ। ਮਗਰ ਮੇਰੇ ਹਿਸਾਬ ਨਾਲ ਫਿਰ ਵੀ ਕੋਰਟ ਨੇ ਜੋ ਪੂਰੀ ਚਲਾਨ ਹੀ ਖ਼ਤਮ ਕਰਤਾ, ਉਹ ਨਹੀਂ ਸੀ ਕਰਨਾ ਚਾਹੀਦਾ, ਕਿਉਂਕਿ ਪਹਿਲਾਂ ਹੀ ਦੋ ਕੋਰਟਾਂ ਨੇ ਐਗਜ਼ਾਮਿਨ ਕਰ ਚੁੱਕੇ ਹੀ ਰਿਕਾਰਡ, ਅਤੇ ਉਹਨਾਂ ਨੇ ਨਹੀਂ ਅਲਾਉ ਕੀਤਾ। ਤਾਂ ਸਿੰਗਲ ਜੱਜ ਨੂੰ ਤੀਜੀ ਵਾਰੀ ਉਸ ਬੇਸ 'ਤੇ ਆਪਣੀ ਓਪੀਨੀਅਨ ਨਹੀਂ ਸੀ ਦੇਣੀ ਚਾਹੀਦੀ, ਅਤੇ ਜਾਂ ਕੌਂਸਟੀਟਿਊਸ਼ਨ ਕਰਦੇ 3 ਜੱਜਾਂ ਦਾ ਬੈਂਚ, ਜਾਂ ਫਿਰ ਡਿਸਮਿਸ ਕਰਦੇ। ਤਾਂ ਜਿਹੜੇ ਕੁੰਵਰ ਵਿਜੇ ਪ੍ਰਤਾਪ ਸਿੱਧੇ ਹਮਲਾ ਕਰਦੇ ਸੀਗੇ, ਕਹਿੰਦੇ ਸੀਗੇ ਕਿ ਕਾਰਵਾਈ ਜਿਹੜੀ ਹੈਗੀ ਹੈ ਉਹ ਦੋਸ਼ੀਆਂ ਦੇ ਖਿਲਾਫ ਹੋਊਗੀ, ਉਹੀ ਆਪਣੀ ਜਾਂਚ ਦੇ ਵਿੱਚ, ਉਹੀ ਆਪਣੇ ਪੂਰੇ ਮਾਮਲੇ ਦੇ ਵਿੱਚ ਉਹਨਾਂ ਲੋਕਾਂ ਨੂੰ ਬਚਾ ਕੇ ਚਲੇ ਗਏ। ਮੈਂ ਸਿੱਧਾ ਨਹੀਂ ਕਹਿ ਸਕਦਾ ਕਿਉਂਕਿ ਰਿਕਾਰਡ ਤਾਂ ਹੈ ਨਹੀਂ, ਮਗਰ ਸਰਟਨਲੀ ਉਹਨਾਂ ਦੇ ਕੁਛ ਐਕਸ਼ਨ ਤਾਂ ਉਹਦੇ 'ਚ ਹੈਲਪ ਕੀਤੀ ਹੈ, ਮਦਦ ਕੀਤੀ ਹੈ। ਬਹੁਤ ਧੰਨਵਾਦ ਗੱਲਬਾਤ ਦੇ ਲਈ। ਤਾਂ RS ਬੈਂਸ ਤਾਂ ਕੋਰਟ ਦੇ ਵੱਲੋਂ ਜੱਜਮੈਂਟ ਦੀ ਕਾਪੀ ਜਿਹੜੀ ਹੈ ਉਹ ਆ ਚੁੱਕੀ ਹੈ, ਤਾਂ ਉਸੀ ਕਾਪੀ ਦੇ ਉੱਤੇ ਚਰਚਾ ਕਰ ਰਹੇ ਸੀ ਕਿ ਕਿਹੜੇ ਤੱਥ ਜਿਹੜੇ ਨੇ ਉਹ ਮਾਣਯੋਗ ਅਦਾਲਤ ਦੇ ਵੱਲੋਂ ਰੱਖੇ ਗਏ ਨੇ, ਅਤੇ ਉਹਨਾਂ ਤੱਥਾਂ ਦੇ ਆਧਾਰ ਦੇ ਉੱਤੇ ਕਿਸ ਤਰੀਕੇ ਦੇ ਨਾਲ ਹੁਣ ਅੱਗੇ ਦੀ ਜਾਂਚ ਜਿਹੜੀ ਹੈਗੀ ਆ ਉਹ ਪ੍ਰਭਾਵਿਤ ਹੋਵੇਗੀ, ਜਾਂ ਇਸ ਜਾਂਚ ਦੇ ਵਿੱਚ ਇਨਸਾਫ ਮਿਲੇਗਾ ਜਾਂ ਨਹੀਂ ਮਿਲੇਗਾ। ਇਹ ਗੱਲਬਾਤ RS ਬੈਂਸ ਉਹਨਾਂ ਨੇ ਦੱਸੀ ਹੈ। ਕੈਮਰਾਮੈਨ ਬਜਿੰਦਰ ਦੇ ਨਾਲ ਗਗਨਦੀਪ ਸਿੰਘ, TV ਪੰਜਾਬ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।